तरतार अपवित्र कर मानिया रे, जैसे कागरा करत विचारंग। भगत भगौत लिखिया ते उपरे, पूजिए कर नमस्कारंग। मेरी जात कुट बांडला, ढोर टवंता। अजहों बनारसी आस पासा, अब विपर प्रधान करे डंडौत। तेरे नाए सरनाए रविदास दासा, तेरे नाम सरनाए रविदास दासा। वाहिगुरु जी का खालसा, वाहिगुरु जी की फतेह जी। ਅੱਜ ਦਿਨ ਹੈ 27 फरवरी और अकाल चैनल के माध्यम के राही ਤੁਹਾਨੂੰ जोड़ रहे हैं दिल्ली के ਬਾਰਡਰਾਂ ਤੋਂ। इस वक्त एक खास दिन मनाया जा रहा है, खास याद किया जा रहा है भगत रविदास जी ਨੂੰ। ਉਹਨਾਂ ਦਾ ਅੱਜ जन्म दिवस है, प्रकाश पुरब है। ਉਹਨਾਂ ਦੀ याद ਨੂੰ ताज़ा ਕਰਦਿਆਂ ਹੋਇਆਂ ਨੀਲੀਆਂ ਫੌਜਾਂ भी मेरे ਪਿੱਛੇ ਖੜੀਆਂ ਨੇ, ਤੁਸੀਂ ਵੇਖ ਸਕਦੇ ਹਾਂ। ਅਸੀਂ ਸਿੰਘੂ ਬਾਰਡਰ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਹੇ ਹਾਂ कि ਅੱਜ तकरीबन 644 साल हो चुके ने। 644वां ਜਿਹੜਾ प्रकाश पुरब है भगत रविदास जी का यह मनाया जा रहा है। सो ਵੱਖ-ਵੱਖ ਹਿੱਸਿਆਂ ਤੋਂ देश ਦੇ ਸੰਗਤਾਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਆਪਣੇ ਜਜ਼ਬਾਤ ਦਿਲਾਂ ਦੇ ਵਿੱਚ ਰਹਿ ਕੇ। ਔਰ ਜਿਵੇਂ ਮੈਂ ਪਹਿਲਾਂ ਬਾਣੀ ਦੇ ਮਹਾਬੋਲ ਤੁਹਾਨੂੰ ਸਰਵਣ ਕਰਵਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ, ਭਗਤ ਰਵਿਦਾਸ ਜੀ ਦੇ, ਜਿਹਦੇ ਵਿੱਚੋਂ ਫਰਮਾਨ ਕਰਦੇ ਨੇ ਕਿ ਮੇਰੀ ਜਾਤ ਕੁਟਮੰਡਲਾ ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ। ਕਿ ਹਲੇ ਵੀ ਮੇਰੀ ਜਾਤ ਦੇ ਲੋਕੀ ਜਿਹੜੇ ਨੇ ਉਹ ਢੋਰਾਂ ਨੂੰ ਢੋਂਦੇ ਨੇ, यानी कि मरे हुए पशुओं ਨੂੰ ਢੋਂਦੇ ਨੇ। पर ਵਿਪਰ ਪ੍ਰਧਾਨ यानी कि ਪੰਡਤਾਂ ਦਾ ਪ੍ਰਧਾਨ ਜਿਹੜਾ ਹੈਗਾ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਹੁਣ ਨਡੋਤ ਕਰਨ ਲੱਗ ਪਿਆ। ਤੇਰੇ ਨਾਮ ਸਰਨਾਏ ਰਵਿਦਾਸ ਦਾਸਾ, ਐਸੀ ਲਾਲ ਤੁਝ ਬਿਨ ਕੌਣ ਕਰੈ, ਨੀਚੇ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਸੋ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਦਿਨ ਮਨਾ ਰਹੇ ਹਾਂ ਜੀ ਭਗਤ ਰਵਿਦਾਸ ਜੀ ਦਾ, ਚੇਤੇ ਕਰ ਰਹੇ ਹਾਂ ਉਹਨਾਂ ਨੂੰ। ਉਹਨਾਂ ਨੇ ਬਹੁਤ ਵੱਡੀ ਤਬਦੀਲੀ ਕੀਤੀ ਸੀਗੀ ਸਾਡੇ ਸਮਾਜ ਦੇ ਵਿੱਚ। ਜਿਸ ਤਰੀਕੇ ਨਾਲ ਸਾਨੂੰ ਵਰਨ ਵੰਡ ਦੇ ਵਿੱਚ ਵੰਡਿਆ ਗਿਆ ਸੀਗਾ, ਅਖੌਤੀ ਕਿਹਾ ਜਾਂਦਾ ਸੀਗਾ ਕਿ ਨੀਵੀਂ ਜਾਤ ਦੇ ਵਿੱਚ ਨੇ, ਪਰ ਉਹਨਾਂ ਨੇ ਕਦੇ ਵੀ ਲੁਕੋਈ ਨਹੀਂ ਆਪਣੀ ਜਾਤ। ਉਹ ਕਹਿੰਦੇ ਰਹੇ, ਬਾਣੀ ਦੇ ਵਿੱਚ ਵੀ ਉਹਨਾਂ ਨੇ ਕਿੰਨੀ ਵਾਰ ਉਚਾਰਿਆ ਕਿ ਮੇਰੀ ਜਾਤ ਹੈ, ਮੇਰੀ ਜਾਤ ਚਮਾਰ ਹੈਗੀ ਹੈ, ਜਾਤ ਕਮੀਨੀ ਪਾਤ ਕਮੀਨੀ। ਸੋ ਤੁਸੀਂ ਹਾਂਜੀ ਕਿੰਨੀ ਪਿਆਰੀ ਬਾਣੀ ਹੈਗੀ ਉਹਨਾਂ ਦੀ। ਤੁਸੀਂ ਕਿਸ ਤਰੀਕੇ ਨਾਲ ਕੀ ਤਸਵੀਰ ਬਣ ਰਹੀ, ਕੀ ਸੰਦੇਸ਼ ਦੇਣਾ ਚਾਹੋਗੇ ਖਾਸ ਤੌਰ ਦੇ ਉੱਤੇ, ਜੇ ਮੈਂ ਅੱਜ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਲੈ ਕੇ ਤੁਹਾਡੇ ਤੋਂ ਗੱਲ ਕਰਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਾਜਾ ਰਾਜ ਸਿੰਘ ਹਰਮਾ ਖਰਮਾ ਤਰਨਾ ਦਲ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਨਾਲ ਨੇ। ਤੇ ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ, ਗੁਰੂ ਰਵਿਦਾਸ ਜੀ ਵੀ ਕਹਿੰਦੇ ਅਸੀਂ ਉਹਨਾਂ ਨੂੰ, ਉਹਨਾਂ ਦਾ ਅੱਜ 644ਵਾਂ ਪ੍ਰਕਾਸ਼ ਦਿਹਾੜਾ। ਨਾਲ ਹੀ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀਆਂ ਦਾ, ਉਹਨਾਂ ਦਾ ਵੀ ਅੱਜ ਪ੍ਰਕਾਸ਼ ਦਿਹਾੜਾ। ਤੇ ਦੋਨੇ ਜਿਹੜੇ ਹੋਏ ਨੇ ਇੱਕ ਕ੍ਰਾਂਤੀਕਾਰੀ ਯੋਧੇ ਇਹ ਹੋਏ ਨੇ ਸਮਾਜ ਦੇ ਵਿੱਚ। ਇਹਨਾਂ ਨੇ ਪੂਰਾ ਸਮਾਜ ਨੂੰ ਬਦਲਣ ਦੀ ਬਹੁਤ ਵਧੀਆ ਇਹਨਾਂ ਨਾਲ ਰੋਲ ਨਿਭਾਇਆ। ਤੇ ਮੈਂ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ, ਭਾਰਤ ਦੀਆਂ ਸੰਗਤਾਂ ਨੂੰ, ਪੰਜਾਬ ਦੀਆਂ ਸੰਗਤਾਂ ਨੂੰ, ਭਗਤ ਜੀਆਂ ਦੇ, ਗੁਰੂ ਪਾਤਸ਼ਾਹ ਮਹਾਰਾਜਿਆਂ ਦੇ ਸਾਥੀ ਬਾਬਾ ਸੰਗਤ ਸਿੰਘ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਭਗਤ ਰਵਿਦਾਸ ਜੀਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ 40 ਸ਼ਬਦ ਤੇ ਇੱਕ ਸ਼ਲੋਕ। ਕਿਹੜਾ ਸ਼ਲੋਕ? ਹਰ ਸੋ ਹੀਰਾ ਸਾੜਕ ਹੈ, ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ, ਸਤ ਭਾਖੈ ਰਵਿਦਾਸ। ਇੱਕ ਸ਼ਲੋਕ ਭਗਤ ਜੀਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ ਦਰਜ ਹੈ। ਅੱਜ ਸਾਰੀ ਲੋਕਾਈ ਉਹ ਵੱਡੇ ਪੱਧਰ 'ਤੇ ਇੱਥੇ ਸਿੰਘੂ ਬਾਰਡਰ ਦੇ ਉੱਤੇ ਅਸੀਂ ਬੈਠ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਹਾਂ। ਤੇ ਵੱਡੀ ਸਟੇਜ ਜਿਹੜੀ ਸੰਯੁਕਤ ਮੋਰਚੇ ਉੱਥੋਂ ਵੀ ਇਹ ਐਲਾਨ ਹੋਇਆ ਸੀਗਾ। ਤੇ ਇੱਧਰ ਨਿਹੰਗ ਸਿੰਘ ਦਲ ਪੰਥ ਜਿੰਨੇ ਵੀ ਹਨ ਉਹ ਸਾਰੇ ਰਲ ਮਿਲ ਕੇ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ, ਨੌਜਵਾਨਾਂ ਦੇ ਨਾਲ, ਜਿਹੜੀ ਭਗਤ ਜੀਆਂ ਦੀ ਫੁਲਵਾੜੀ ਆ ਉਹਨਾਂ ਨਾਲ ਮਿਲ ਕੇ ਅੱਜ ਸਾਰਾ ਭਾਈਚਾਰਾ ਆਇਆ ਹੋਇਆ। ਤੇ ਸਾਰੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਪੂਰਾ ਉਤਸ਼ਾਹ। ਅਸੀਂ ਨਗਰ ਕੀਰਤਨ ਦੀ ਇੱਥੋਂ ਹੁਣ ਥੋੜ੍ਹੇ ਸਮੇਂ ਦੇ ਵਿੱਚ ਆਰੰਭਤਾ ਹੋਵੇਗੀ। ਬਹੁਤ ਧੂਮਧਾਮ ਨਾਲ ਮਨਾ ਰਹੇ ਹਾਂ। ਜਿਹੜਾ ਉਹਨਾਂ ਨੇ ਸੰਦੇਸ਼ ਦਿੱਤਾ ਗੁਰਬਾਣੀ ਦੇ ਦੁਆਰਾ ਸਾਰੀ ਲੋਕਾਈ ਦੇ ਮਾਨਵ ਦੀ ਭਲਾ ਵਾਸਤੇ। ਤੇ ਉਸ ਟਾਈਮ ਊਚ ਨੀਚ ਦਾ ਬਹੁਤ ਬੋਲਬਾਲਾ ਸੀ। ਮਹਾਰਾਜ ਜੀਆਂ ਨੇ ਬਹੁਤ ਸੋਹਣੇ ਸੰਦੇਸ਼ ਗੁਰਬਾਣੀ ਦੇ ਵਿੱਚ ਲਿਖੇ। ਉੱਚੋਂ ਨੀਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਟਰੈ। ਮਹਾਰਾਜ ਜੀਆਂ ਨੇ ਵੀ ਉੱਚ ਤੋਂ ਨੀਚਾਂ ਨੂੰ ਮਹਾਰਾਜ ਜੀ ਨੇ ਬਖਸ਼ਣਾ ਕੀਤੀਆਂ। ਜਿਸ ਤਰ੍ਹਾਂ ਭਗਤ ਜੀਆਂ ਨੇ ਇਹ ਕਿਹਾ, ਅਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹਨਾਂ ਦੀ ਬਾਣੀ ਤੇ ਮੋਹਰ ਲਾਈ, ਇਨ ਗਰੀਬ ਸਿੱਖਣ ਕਿਉ ਦਿਉ ਪਾਤਸ਼ਾਹੀ, ਯਾਦ ਕਰੇ ਮੋਰੀ ਗਰਿਆਈ, ਇਨਹੀ ਕੋ ਸਰਦਾਰ ਬਣਾਉ ਤਵਾ ਗੋਬਿੰਦ ਸਿੰਘ ਨਾਮ ਕਹਾਉ। ਭਾਈ ਸੰਗਤ ਸਿੰਘ ਜੀਆਂ ਨੂੰ ਵਡਿਆਈਆਂ ਬਖਸ਼ੀਆਂ ਕਲਗੀ ਤੋੜੇ ਲਾ ਕੇ ਨਾ। ਉਹ ਮਹਾਰਾਜਿਆਂ ਜਿਹੜੀ ਉਹਨਾਂ ਦੀ ਬਾਣੀ ਭਗਤ ਜੀਆਂ ਦੀ, ਰਵਿਦਾਸ ਜੀਆਂ ਦੀ ਲਿਖੀ ਹੋਈ, ਉੱਚੋਂ ਨੀਚ ਕਰੇ ਮੇਰਾ ਗੋਬਿੰਦ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖੋ ਕਿੱਡੇ ਵੱਡੇ ਬਣਾਤਾ, ਸਰਦਾਰੀਆਂ ਬਖਸ਼ ਦਿੱਤੀਆਂ। ਤੇ ਸਾਨੂੰ ਹੁਣ ਉਹਨਾਂ ਦੇ ਜਿਹੜੇ ਵਚਨ ਨੇ, ਉਹਨਾਂ ਦੀ ਬਾਣੀ ਆ, ਉਹਨਾਂ ਉੱਤੇ ਅਮਲ ਕਰਨਾ ਚਾਹੀਦਾ, ਤੁਰਨਾ ਚਾਹੀਦਾ। ਉਹਨਾਂ ਨੇ ਉਸ ਟਾਈਮ ਸੂਦ ਸਾਧ ਦਾ
ਜਿਹੜਾ ਜਾਤ ਪਾਤ ਦਾ ਪੂਰਾ ਬੋਲਬਾਲਾ ਸੀਗਾ ਉਹਨਾਂ ਨੂੰ ਪਾਸੇ ਰੱਖ ਕੇ ਦੇਖੋ ਮੀਰਾ ਮਾਈ ਉਹਨਾਂ ਦੀ ਜਿਹੜੀ ਚੇਲੀ ਬਣੀ ਉਸ ਟਾਈਮ ਦੇ ਰਾਜੇ ਸੀ, ਰਾਣੀ ਸੀਗੀ ਉਹ, ਤੇ ਹੋਰ ਵੱਡੇ ਵੱਡੇ ਜਿੰਨੇ ਵੀ ਸੀਗੇ ਪੰਡਤਾਂ ਨੇ ਉਹਨੇ ਵੱਡਿਆਂ ਦੇ ਹੰਕਾਰ ਤੋੜੇ, ਤੇ ਜਿਹੜੇ ਹੋਰ ਸੀਗੇ ਦੱਬੇ ਕੁਚਲੇ ਲੋਕ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ। ਅਤੇ ਮਹਾਰਾਜਿਆਂ ਦੀ ਬਾਣੀ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਸੰਜਮ ਦੇ ਨਾਲ ਪੂਰੇ ਜੋ ਹੈ ਗਿਆਨ ਦੇ ਨਾਲ ਉਚਾਰਨ ਕੀਤੀ। ਉਹਨਾਂ ਦੀ ਬਾਣੀ ਮਹਾਰਾਜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ ਦਰਜ ਹੈ। ਤੇ ਜਿੱਥੇ ਗੁਰੂ ਨਾਨਕ ਮਹਾਰਾਜਿਆਂ ਨੂੰ ਅਸੀਂ ਮੱਥਾ ਟੇਕਦੇ ਹਾਂ ਉੱਥੇ ਗੁਰੂ ਰਵਿਦਾਸ ਮਹਾਰਾਜਿਆਂ ਨੂੰ ਵੀ ਮੱਥਾ ਟੇਕਿਆ ਜਾਂਦਾ। ਕਈ ਲੋਕ ਇੱਥੇ ਰੌਲਾ ਪਾਉਂਦੇ ਨੇ ਸਾਡੇ ਵੀ ਇਹਨਾਂ ਨੂੰ ਗੁਰੂ ਕਿਉਂ ਕਹਤਾ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ ਉਹ ਬਿਰਾਜਮਾਨ ਹੋ ਗਏ ਫਿਰ ਉਹਨਾਂ ਨੂੰ ਗੁਰੂ ਕਹਿਣਾ ਕੋਈ ਵੱਡੀ ਗੱਲ ਨਹੀਂ ਜਾਂ ਕੋਈ ਇਹਦਾ ਉਹ ਨਹੀਂ। ਉਹ ਗੁਰੂ ਜਦੋਂ ਉਹਨਾਂ ਨੂੰ ਨਮਸਕਾਰ ਕਰਦੇ ਜਿੱਥੇ ਆਓ ਭਗਤ ਰਵਿਦਾਸ ਜੀ ਉਹ ਗੁਰੂ ਰਵਿਦਾਸ ਜੀ ਬਣ ਕੇ ਗੁਰੂ ਮਹਾਰਾਜਿਆਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਇਕੱਲੇ ਇਹ ਨਹੀਂ ਜੇ ਭਗਤ ਪੀਪੇ ਦੀ ਬਾਣੀ ਹੈ, ਸਧਨਾ ਕਸਾਈ ਦੀ ਬਾਣੀ ਹੈ, ਉਹਦੇ ਵਿੱਚ ਹੈ ਤਾਂ ਬਾਣੀ ਨਾ, ਉਹ ਵੀ ਗੁਰੂ ਸਾਹਿਬ ਦੇ ਵਿੱਚ ਦਰਜ ਨੇ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਇਹਨਾਂ ਦੀ ਬਦਲੀ ਬਹੁਤ ਵੱਡੀ ਪਦਵੀ ਆ, ਇਸ ਕਰਕੇ ਇਹਨਾਂ ਨੇ ਸਰਬ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਸਾਨੂੰ। ਉਹਨਾਂ ਦੇ ਜਿਹੜੇ ਦਿੱਤੇ ਹੋਏ ਪੂਰਨੇ ਨੇ ਦਿੱਤਾ ਹੋਇਆ ਸੰਦੇਸ਼ ਆ ਉਹਦੇ ਤੇ ਚੱਲ ਕੇ ਪੂਰਾ ਅਮਲ ਕਰਨਾ ਚਾਹੀਦਾ। ਜਿਹੜਾ ਉਹਨਾਂ ਦੇ ਸੰਦੇਸ਼ ਦਿੱਤੇ ਹੋਏ ਨੇ ਉਹਨਾਂ ਤੇ ਚੱਲ ਕੇ ਸਾਰੇ ਸੰਸਾਰ ਨੂੰ ਦੇ ਵਿੱਚ ਤਾਂ ਹੀ ਸ਼ਾਂਤੀ ਰਹਿ ਸਕਦੀ ਹੈ, ਤਾਂ ਹੀ ਅਸੀਂ ਜਿਹੜੀ ਊਚ ਨੀਚ ਦੀ ਜਿਹੜੀ ਹੁਣ ਉਹ ਸਮਾਜ ਦੇ ਵਿੱਚ ਜਿਹੜਾ ਪਹਿਲਾਂ ਉਹਨਾਂ ਨੇ ਕੱਢਿਆ ਸੀ ਉਹੀ ਦੁਬਾਰਾ ਫੇਰ ਸਾਡੇ ਵਿੱਚ ਵੜ ਗਿਆ। ਉਹਨਾਂ ਨੂੰ ਅਸੀਂ ਦੂਰ ਕਰੀਏ, ਭਾਈਚਾਰਕ ਜਿਹੜੀ ਸਾਂਝ ਆ ਉਹ ਕਾਇਮ ਹੋਵੇ। ਸਿੰਘੂ ਬਾਰਡਰ ਤੇ ਇਸੇ ਕਰਕੇ ਅਸੀਂ ਇਹ ਮਨਾ ਰਹੇ ਹਾਂ ਕਿ ਜਿਹੜੀ ਸਾਡੀ ਸਾਂਝ ਆ ਭਾਈਚਾਰਕ ਉਹ ਪੂਰੀ ਕਾਇਮ ਹੋਵੇ। ਤੇ 32 ਕਰੋੜ ਜਿਹੜੇ ਹਨ ਪੂਰੇ ਭਾਰਤ ਦੇ ਵਿੱਚ ਭਗਤ ਰਵਿਦਾਸ ਜੀਆਂ ਦੇ ਜਿਹੜੇ ਆਪਣੇ ਪੈਰੋਕਾਰ ਨੇ ਉਹ ਵਸ ਰਹੇ ਨੇ, ਉਹਨਾਂ ਦੀ 32 ਕਰੋੜ ਦੀ ਆਬਾਦੀ ਆ। ਦੇਖੋ ਇਸ ਮੋਰਚੇ ਨੂੰ ਕਿੰਨਾ ਬਲ ਮਿਲਿਆ, ਦੇਖੋ ਮੋਰਚਾ ਮਜ਼ਬੂਤ ਹੋ ਰਿਹਾ। ਤੁਸੀਂ ਗਿਣਤੀ ਦੀ ਗੱਲ ਕੀਤੀ ਹੈਗੀ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਵੀ ਮੰਨਦੇ ਨੇ ਤਾਂ ਇੱਕ ਤਰੀਕੇ ਦੇ ਨਾਲ ਉਹ ਸਾਰੇ ਹੀ ਰਵਿਦਾਸ ਜੀ, ਭਗਤ ਰਵਿਦਾਸ ਜੀ, ਗੁਰੂ ਰਵਿਦਾਸ ਜੀ ਨੂੰ ਵੀ ਉਸੇ ਤਰੀਕੇ ਨਾਲ ਨਮਸਕਾਰ ਕਰਦੇ ਨੇ। ਚਵਰ ਛੱਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਸੀਂ ਵੇਖ ਸਕਦੇ ਹੋ ਹੈਗਾ ਔਰ ਸੰਗਤਾਂ ਸ਼ਰਧਾ ਦੇ ਨਾਲ ਖੜੀਆਂ ਨੇ। ਪੰਜ ਪਿਆਰੇ ਜਿਹੜੇ ਨੇ ਉਹ ਅੰਦਰ ਦਿਖਾ ਦਈਏ ਕਿ ਅੰਦਰ ਅਰਦਾਸ ਵੀ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਹੁਣ ਜਿਹੜਾ ਨਗਰ ਕੀਰਤਨ ਹੈਗਾ ਖਾਸ ਤੌਰ ਦੇ ਉੱਤੇ ਸਿੰਘੂ ਬਾਰਡਰ ਤੋਂ ਨਗਰ ਕੀਰਤਨ ਵੀ ਕੱਢਿਆ ਜਾਵੇਗਾ ਅੱਜ ਦੇ ਖਾਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ। ਸੋ ਕਹਿੰਦੇ ਵੀ ਹੁੰਦੇ ਆ ਵੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ, ਦੀਨ ਮਜਬ ਕਾ ਜੁੱਧ ਜੋ ਕੀਨਾ ਖੰਡਾ ਫੜਿਆ ਦੋ ਤਾਰਾ ਹੈ, ਸ਼ਹੀ ਮਈ ਮਾਰ ਸਭ ਦੂਰ ਕੀਨੀ ਸਲੋਦਰ ਫੜਿਆ ਕਰਾਰਾ ਹੈ। ਇਹ ਉਹ ਨੀਲੀ ਫੌਜ ਹੈਗੀ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਮਾਣ ਬਖਸ਼ਿਆ ਹੈਗਾ। ਸਿੰਘ ਸਾਹਿਬ ਮੈਂ ਗੱਲ ਕਰ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਹੁਣੇ ਗੱਲ ਕੀਤੀ ਆ ਕਿ ਉਹਨਾਂ ਦੀ ਜਿਹੜੀ ਕਿਰਤ ਸੀਗੀ ਉਹ ਚਮੜੇ ਦੀ ਕਿਰਤ ਸੀਗੀ ਤੇ ਅਸੀਂ ਵੇਖਿਆ ਹੈਗਾ ਕਿ ਲੋਕੀ ਬੇਸ਼ੱਕ ਧਾਰਮਿਕ ਕਰਮ ਵੀ ਕਰਦੇ ਹੈਗੇ ਆ, ਉਹ ਚਮੜੇ ਦੇ ਨਾਲ ਜੁੜੇ ਰਹਿੰਦੇ ਆ, ਚਮੜੀ ਦਾ ਮੋਹ ਨਹੀਂ ਜਾਂਦਾ, ਪਰ ਉਹ ਚਮੜੇ ਦੇ ਕੰਮ ਕਰਦੇ ਸੀਗੇ ਪਰ ਉਹ ਚਮੜੀ ਤੋਂ ਬਹੁਤ ਉੱਤੇ ਸੀਗੇ। ਦੇਖੋ ਜਿਹੜੇ ਜੇ ਚੰਮ ਦਾ ਕੰਮ ਕਰਨ ਦੇ ਨਾਲ ਕਿਸੇ ਨੂੰ ਅਸੀਂ ਚਮਾਰ ਨਹੀਂ ਕਹਿ ਸਕਦੇ। ਚਮਾਰ ਕਿਉਂਕਿ ਅਸੀਂ ਸਾਰੇ ਚੰਮ ਦੇ ਵਿੱਚ ਹੀ ਮੜੇ ਹੋਏ ਹਾਂ। ਜਦੋਂ ਅਸੀਂ ਚੰਮ ਦੇ ਵਿੱਚ ਮੜੇ ਹੋਏ ਫਿਰ ਅਸੀਂ ਚਮਾਰ ਹਾਂ। ਮਹਾਰਾਜਿਆਂ ਦੇ ਮੇਰੀ ਜਾਤ ਕਮੀਨੀ ਮੇਰੀ ਪਾਤ ਕਮੀਨੀ ਉਸਾ ਜਨਮ ਹਮਾਰਾ। ਮਹਾਰਾਜ ਤਾਂ ਭਗਤ ਜੀ ਨੇ ਤਾਂ ਕੁਝ ਕਿਹਾ ਹੀ, ਉਹਨਾਂ ਨੇ ਇਹ ਨਹੀਂ ਕਿ ਅੱਜ ਦੀਆਂ ਅਸੀਂ ਜਾਤਾਂ ਪਾਤਾਂ ਅੱਜ ਦੇ ਲੋਕ ਜਿਹੜੇ ਲੁਕਾਉਂਦੇ ਫਿਰਦੇ ਨੇ ਵੀ। ਦੇਖੋ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਜੀ ਨੇ ਸਾਰੀ ਬਰਾਬਰਤਾ ਦਿੱਤੀ ਆ। ਇੱਥੇ ਕੋਈ ਵੀ ਜਾਤ ਨਹੀਂ ਹੈਗੀ। ਮੈਂ ਤੁਹਾਡੇ ਤੇ ਕਿਹਾ ਕਿ ਰੰਗ ਰੱਟੇ ਗੁਰੂ ਕੇ ਬੇਟੇ ਕਹਿ ਦਿੱਤਾ। ਮੈਂ ਤੁਹਾਨੂੰ ਤੁਹਾਡੇ ਸੰਦੇਸ਼ ਚੈਨਲ ਲਈ ਦੱਸਦਾ ਵੀ ਸਾਰੀ ਦੁਨੀਆ ਨੂੰ ਇਹ ਗੱਲ ਯਾਦ ਰੱਖਿਓ ਵੀ ਕੋਈ ਵੀ ਜਾਤ ਨਹੀਂ ਹੈਗੀ, ਜਾਤ ਕੋਈ ਵੀ ਨਹੀਂ ਹੈਗੀ। 2.5 ਜਾਤਾਂ ਨੇ, ਇੱਕ ਮਰਦ ਜਾਤ ਆ, ਇੱਕ ਔਰਤ ਜਾਤ ਆ ਤੇ ਅੱਧੀ ਜਾਤ ਖੁਸਰੇ ਦੀ ਆ, ਹੋਰ ਕੋਈ ਜਾਤ ਨਹੀਂ ਹੈਗੀ। ਇਸ ਕਰਕੇ ਸਾਨੂੰ ਜਿਹੜੇ ਜਾਤ ਪਾਤ ਦੇ ਜਿਹੜੇ ਲੋਕ ਕਰਦੇ ਨੇ ਨਾ ਪਾਤ ਇਹ ਈਰਖਾ ਕਰਦੇ ਨੇ, ਇਹ ਈਰਖਾ ਸਾਡੇ ਕੇ ਗੁਰੂ ਸਾਹਿਬਾਨ ਗੁਰੂ ਨਾਨਕ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਜੀ, ਭਗਤ ਰਵਿਦਾਸ ਮਹਾਰਾਜ ਜੀ, ਬਾਬਾ ਸੰਗਤ ਜਿੰਨੇ ਵੀ ਭਗਤ ਹੋਏ ਨੇ, ਜਿੰਨੇ ਸਾਡੇ ਗੁਰੂ ਪੂਰੇ ਹੋਏ ਨੇ, ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਨੇ ਸੰਦੇਸ਼ ਦਿੱਤਾ। ਇਸ ਕਰਕੇ ਜਿਹੜੇ ਉਹਨਾਂ ਦੇ ਸੰਦੇਸ਼ ਨੇ ਅਸੀਂ ਉਹਨਾਂ ਤੇ ਅਮਲ ਕਰੀਏ। ਇਕੱਲੇ ਲੋਕਾਂ ਨੂੰ ਪੜ੍ਹ ਕੇ ਨਾ ਸੁਣਾਏ ਜਾਣ, ਦੱਸੇ ਨਾ ਜਾਣ, ਉਹਨਾਂ ਤੇ ਅਸੀਂ ਚੱਲੀਏ, ਅਮਲ ਕਰੀਏ ਤੇ ਤਾਂ ਹੀ ਸਾਡਾ ਭਲਾ ਹੋਣਾ। ਫਿਰ ਹੀ ਸਰਬ ਸਾਂਝੀ ਬਾਲਤਾ ਦਾ ਇਹ ਸੰਦੇਸ਼ ਜਾਊਗਾ ਨਾ, ਤਾਂ ਹੀ ਭਾਈਚਾਰਕ ਆਪਸ ਵਿੱਚ ਜਿਹੜੀ ਸਾਂਝ ਉਹ ਕਾਇਮ ਹੋਊਗੀ। ਇਸ ਕਰਕੇ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਸੰਦੇਸ਼ ਸਾਰੇ ਵਰਲਡ ਦੇ ਵਿੱਚ ਫੈਲਾਉਣਾ ਚਾਹੀਦਾ। ਬਿਲਕੁਲ ਜੀ, ਛੋਟੇ ਛੋਟੇ ਬੱਚੇ ਵੀ ਤਿਆਰ ਹੋ ਕੇ ਆਏ ਨੇ। ਜਿਵੇਂ ਕਿਹਾ ਕਿ ਜਾਤਾਂ ਤੋਂ ਉੱਪਰ ਉੱਠਣਾ ਚਾਹੀਦਾ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਵੀ ਹੈਗਾ ਕਿ ਕਾਮਲ ਕਰੀਮ ਸੋਈ ਰਾਜ ਕਰੀਮ ਹੋਈ ਦੂਸਰੋ ਨਾ ਭੇਦ ਕੋਈ ਪੂਲ ਪ੍ਰਮ ਮਾਨਬੋ हिंदू तुर्क को उराफ जी इमाम साफी मानस की जात सब है एक है पहचान वो मानस की जात सब है एक है पहचान वो। मानस की जात ਜਿਹੜੀ ਹੈ ਉਹ ਇੱਕੇ ਹੀ ਹੈਗੀ ਆ ਕਿਉਂਕਿ ਪਰਮਾਤਮਾ ਨੇ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ। ਖੂਨ ਕੱਢ ਕੇ ਵੇਖੋ ਤਾਂ ਖੂਨ ਲਾਲ ਹੀ ਹੁੰਦਾ।
ਚਮੜੀ ਦਾ ਰੰਗ ਬੇਸ਼ੱਕ ਅਲੱਗ-ਅਲੱਗ ਹੋ ਸਕਦਾ, ਉਹ ਵਾਤਾਵਰਣ ਦੇ ਹਿਸਾਬ ਦੇ ਨਾਲ, ਜਗ੍ਹਾ ਦੇ ਹਿਸਾਬ ਦੇ ਨਾਲ, ਮੌਸਮ ਦੇ ਹਿਸਾਬ ਦੇ ਨਾਲ ਤਬਦੀਲ ਹੁੰਦਾ, ਪਰ ਅੰਦਰ ਜਿਹੜਾ ਜਜ਼ਬਾਤ ਨੇ ਉਹ ਸਾਰਿਆਂ ਦੇ ਇੱਕ ਵਰਗੇ ਹੀ ਹੁੰਦੇ ਨੇ। ਛੋਟੇ ਛੋਟੇ ਬੱਚੇ ਤਿਆਰ ਹੋ ਕੇ ਆਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਕੀ ਨਾਂ ਹੈਗਾ ਤੁਹਾਡਾ? ਗੁਰਜੋਤ ਸਿੰਘ। ਗੁਰਜੋਤ ਸਿੰਘ। ਅੱਛਾ, ਕੋਈ ਬਾਣੀ ਦਾ ਕੁਝ ਸੁਣਾ ਦੋਗੇ? ਬੜੇ ਸੋਹਣੇ ਲੱਗ ਰਹੇ ਹੋ ਤੁਸੀਂ। ਕਿਹਨੇ ਮੰਨੀ ਹੈ? ਦਸਤਾਰ ਕਿਹਨੇ ਮੰਨੀ ਹੈ? ਬਾਬਾ ਜੀ ਨੇ। ਅੱਛਾ, ਕੀ ਨਾਂ ਪਾਪਾ ਜੀ ਦਾ? ਬਾਬਾ ਕਿਰਪਾਲ ਸਿੰਘ। ਬਾਬਾ ਕਿਰਪਾਲ ਸਿੰਘ। ਬਹੁਤ ਸੋਹਣਾ। ਅੱਛਾ, ਕੋਈ ਕੁਝ ਸੁਣਾ ਦੋਗੇ ਤੁਸੀਂ ਸੰਗਤਾਂ ਨੂੰ? ਸੰਗਤਾਂ ਤੁਹਾਨੂੰ ਵੇਖ ਰਹੀਆਂ ਨੇ ਦੇਸ਼ ਵਿਦੇਸ਼ ਦੇ ਵਿੱਚ, ਕੁਝ ਸੁਣਾ ਦੋਗੇ? ਕੋਈ ਬਾਣੀ ਦਾ ਜਾਂ ਕੋਈ ਕਵਿਤਾ ਸੁਣਾ ਦੋਗੇ? ਹਾਂਜੀ। ਕੀ ਸੁਣਾ ਦੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਮੇਰੇ ਕਿੱਥੇ ਜਾ ਕੇ ਲਾਲੇ ਦੇਰੇ। ਸਤਿਗੁਰੂ ਨਾਨਕ ਮੇਰੇ ਕਿੱਥੇ ਜਾ ਕੇ ਲਾਲੇ ਦੇਰੇ। ਲੋਕੀ ਵਰਗੇ ਵਿੱਚ ਹਨੇਰੇ, ਲੋਕੀ ਵਰਗੇ ਵਿੱਚ ਹਨੇਰੇ, ਤੇਰੀ ਯਾਦ ਸਤਾਉਂਦੀ ਆ। ਸਤਿਗੁਰੂ ਨਾਮ ਕੇ ਆਜਾ ਦੁਨੀਆ ਫੇਰ ਬੁਲਾਉਂਦੀ ਆ। ਠੱਗ ਚੋਰ ਨੇ ਇੱਥੇ ਲੋਕੀ, ਹੁਣ ਤੂੰ ਆਣ ਇਹਨਾਂ ਨੂੰ ਰੋਕੀ। ਠੱਗ ਚੋਰ ਨੇ ਇੱਥੇ ਲੋਕੀ, ਹੁਣ ਤੂੰ ਆਣ ਇਹਨਾਂ ਨੂੰ ਰੋਕੀ। ਹੁਣ ਵਿੱਚ ਖੂਨ ਦੇ ਰੋਤੀ, ਹੁਣ ਵਿੱਚ ਖੂਨ ਦੇ ਰੋਤੀ, ਦੁਨੀਆ ਆਪ ਪਿਆਉਂਦੀ ਆ। ਸਤਿਗੁਰੂ ਨਾਨਕ ਆਜਾ ਦੁਨੀਆ ਫੇਰ ਬੁਲਾਉਂਦੀ ਆ। ਜਾਤ ਪਾਤ ਦੁਨੀਆ ਵਰਗੀ, ਕਲਯੁਗ ਦੀ ਗੱਦੀ ਲਈ ਤੇ ਆ ਕੇ ਖੜ ਗਈ। ਕਲਯੁਗ ਦੀ ਗੱਦੀ ਲਈ ਤੇ ਆ ਕੇ ਖੜ ਗਈ। ਖਾਲਸੇ ਨੂੰ ਨਾਮ ਖੁਮਾਰੀ ਚੜ ਗਈ, ਖਾਲਸੇ ਨੂੰ ਨਾਮ ਖੁਮਾਰੀ ਚੜ ਗਈ। ਬਾਣੀ ਸੱਚ ਸੁਣਾਉਂਦੀ ਆ। ਸਤਿਗੁਰੂ ਨਾਨਕ ਆਜਾ ਦੁਨੀਆ ਫੇਰ ਬੁਲਾਉਂਦੀ ਆ। ਸਤਿਗੁਰੂ ਨਾਨਕ ਆਜਾ ਦੁਨੀਆ ਫੇਰ ਬੁਲਾਉਂਦੀ ਆ। ਇੱਕ ਵਾਰੀ ਜਗ ਤੇ ਆਵੀਂ, ਤੂੰ ਜਗ ਤਾਰਨ ਚਰਨੀ ਲਾਵੀ। ਇੱਕ ਵਾਰੀ ਜਗ ਤੇ ਆਵੀਂ, ਤੂੰ ਜਗ ਤਾਰਨ ਚਰਨੀ ਲਾਵੀ। ਫਤਿਹਗੜ੍ਹ ਸਾਹਿਬ ਚਫੇਰਾ। ਅੱਜ ਭਗਤ ਰਵਿਦਾਸ ਜੀ ਦਾ, ਗੁਰੂ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਪੁਰਬ ਜਿਹੜਾ ਹੈਗਾ ਮਨਾਇਆ ਜਾ ਰਿਹਾ। ਧਰਤੀ ਦੇ ਉੱਤੇ ਜਿਸ ਤਰੀਕੇ ਨਾਲ ਵਰਨ ਵੰਡ ਸੀਗੀ, ਉਹਨਾਂ ਨੇ ਇੱਕ ਵਰਨ ਵੰਡ ਨੂੰ ਖਤਮ ਕਰਕੇ ਰੱਖ ਦਿੱਤਾ, ਪਰ ਅੱਜ ਫੇਰ ਅਸੀਂ ਵੇਖ ਰਹੇ ਹਾਂ ਜਾਤਾਂ ਪਾਤਾਂ ਦੇ ਵਿੱਚ ਇਨਸਾਨ ਵੰਡਿਆ ਗਿਆ ਹੈਗਾ। ਉਹਨਾਂ ਨੇ ਹਾਲਾਂਕਿ ਆਪਣੀ ਜ਼ਾਤ ਨੂੰ ਲੈ ਕੇ ਕਦੀ ਹੀਣਤਾ ਮਹਿਸੂਸ ਨਹੀਂ ਕੀਤੀ। ਉਹਨਾਂ ਨੇ ਵੰਗਾਰ ਕੇ ਕਿਹਾ, ਲਲਕਾਰ ਕੇ ਕਿਹਾ ਵੀ ਮੇਰੀ ਜਾਤ ਚਮਾਰ ਹੈਗੀ ਹੈ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਕੀ ਕਹਿਣਾ ਚਾਹੋਗੇ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਰਾਜ ਜੀ ਦਾ ਜਿਹੜਾ ਫਲਸਫਾ ਹੈਗਾ, ਕਿਸ ਤਰੀਕੇ ਦੇ ਨਾਲ ਅਸੀਂ ਕਿ ਸਾਡੇ ਅੰਦਰ ਘਾਟ ਰਹੀ, ਅਸੀਂ ਸਮਝ ਨਹੀਂ ਪਾਏ। ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਪਰ ਅਸੀਂ ਆਪਣੇ ਜ਼ਿਹਨ ਦੇ ਵਿੱਚ, ਆਪਣੇ ਜਜ਼ਬਾਤਾਂ ਦੇ ਵਿੱਚੋਂ ਵਸਾ ਨਹੀਂ ਪਾਏ ਹਾਂ। ਸਭ ਤੋਂ ਪਹਿਲਾਂ ਮੈਂ ਅਕਾਲ ਚੈਨਲ ਤੇ ਸਮੁੱਚੀ ਟੀਮ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਕੌਮ ਨਾਲ ਪਿਆਰ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ, ਮਾਨਵਤਾਵਾਦੀ ਸੋਚ ਪਿਆਰ ਕਰਨ ਵਾਲੇ, ਰਵਿਦਾਸ ਮਹਾਰਾਜ ਦੀ ਸੋਚ ਨਾਲ ਪਿਆਰ ਕਰਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰਵਿਦਾਸ ਮਹਾਰਾਜ ਜੀ ਦਾ 644ਵਾਂ ਗੁਰਪੁਰਬ ਹੈ। ਅਸੀਂ ਸਾਰੇ ਗਦ ਹੋਏ ਪਏ ਹਾਂ, ਅਸੀਂ ਸਾਰੇ ਖੁਸ਼ ਹਾਂ, ਕਿਉਂਕਿ ਰਵਿਦਾਸ ਮਹਾਰਾਜ ਜੀ ਨੇ ਇਹ ਜਿਹੜੀ ਲੜਾਈ ਸੀ ਐਂਟੀ ਹਿਊਮਨ ਸੀ, ਮਨੁੱਖਤਾ ਦੀ ਲੜਾਈ, ਅਸਲ ਲੜਾਈ ਜਿਹੜੀ ਮਾਨਵਤਾਵਾਦ ਦੀ ਉਹਨਾਂ ਨੇ ਜਿਹੜੀ ਲੜਾਈ ਲੜੀ ਆ। ਪਰ ਫਿਰ ਵੀ ਅੱਜ ਕੁਝ ਕਹਿ ਰਿਹਾ ਕਿ ਇਹ ਦਲਿਤ ਹੈ। ਦਲਿਤ ਨਹੀਂ ਕੋਈ, ਜਿਹੜਾ ਗੁਰੂ ਰਵਿਦਾਸ ਦਾ ਜਿਹੜਾ ਭਗਤ ਹੈ, ਜਿਹੜਾ ਉਹਦਾ ਸੇਵਕ ਹੈ, ਇਹ ਜਾਤ ਪਾਤ ਸਾਡੇ ਬੰਦਿਆਂ ਨੇ ਪਾਈ ਹੈ। ਇਹ ਜਿਹੜੀ ਜਾਤ ਪਾਤ ਸੀ ਤੇ ਇਹਨਾਂ ਜਾਤਾਂ ਪਾਤਾਂ ਜਿਹੜਾ ਵੰਡਿਆ ਸੀ 1604 'ਚ, ਇਹ ਜਦੋਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਏ ਹੈ ਉਦੋਂ ਤੋੜ ਦਿੱਤਾ ਗਿਆ। ਇਹ ਜਦੋਂ ਜਾਤ ਪਾਤ ਤੋੜਤੀ, ਪਰ ਫਿਰ ਵੀ ਸਾਡੇ ਜਿਹੜੇ ਪ੍ਰਚਾਰਕ ਸੀ ਉਹ ਹਜੇ ਤੱਕ ਜੋ ਗੁਰੂ ਗੋਬਿੰਦ ਸਿੰਘ ਦਾ ਮਿਸ਼ਨ ਸੀ, ਗੁਰੂ ਨਾਨਕ ਦਾ 10 ਪਾਤਸ਼ਾਹੀਆਂ ਦਾ ਮਿਸ਼ਨ ਸੀ, ਸਾਡੇ ਯੋਧਿਆਂ ਦਾ ਸੀ, ਉਹਨੂੰ ਇੰਨੇ ਮੈਨੇ ਲਾਗੂ ਨਹੀਂ ਕੀਤਾਗਾ। ਉਹਨੂੰ ਲਾਗੂ ਕਰਨਾ ਚਾਹੀਦਾ ਸੀ। ਅੱਜ ਅਸੀਂ ਸਿੱਖ ਧਰਮ ਨੂੰ 230 ਸਾਲ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾ ਕੇ ਜਾਤ ਪਾਤ ਕੱਢ ਦਿੱਤਾ। ਸਾਨੂੰ ਤਾਂ ਜਿੰਨੇ ਰਵਿਦਾਸ ਮਹਾਰਾਜ ਜੀ ਨੇ, ਸਾਰੇ 10 ਪਾਤਸ਼ਾਹੀਆਂ ਨੇ ਤੇ ਮਹਾਰਾਜਾ ਕਬੀਰ ਜੀ ਨੇ, ਪੀਪਾ ਜੀ ਨੇ, ਧੰਨਾ ਜੱਟ ਜੀ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹਨਾਂ ਨੂੰ ਤਾਂ ਸਾਨੂੰ ਸਾਰੇ ਇੱਕ ਲੜੀ 'ਚ ਪਰੋਤਾ।
ਅੱਜ ਅਸੀਂ ਸੌੜੇ ਹੋ ਗਏ ਪ੍ਰਚਾਰ ਕਹਿੰਦੇ ਜੀ ਅੱਜ ਤਾਂ ਮਾਝੇ ਦਾ ਸਿੱਖ ਹੈ, ਇਹ ਤਾਂ ਜੀ ਮਾਲਵੇ ਦਾ ਸਿੱਖ ਹੈ, ਇਹ ਤਾਂ ਜੀ ਨਾਈ ਸਿੱਖ ਹੈ, ਇਹ ਜੀ ਝੋਰ ਸਿੱਖ ਹੈ, ਅਮਰੀਕਾ ਦਾ ਸਿੱਖ ਹੈ, ਇਹ ਰਾਮਗੜੀਆ ਸਿੱਖ ਹੈ। ਦਰਅਸਲ ਸਾਨੂੰ ਸਿੱਖੀ ਨੂੰ ਵੰਡ ਦਿੱਤਾ ਤੇ ਮੈਨੂੰ ਦੱਸੋ ਤੇ ਮਜਬੀ ਸਿੱਖ ਨੂੰ ਨਫ਼ਰਤ ਕਰਨ ਲੱਗ ਪਏ ਆਪਾਂ। ਇਹ ਦਰਅਸਲ ਮਜਬੀ ਸਿੱਖ ਦਾ ਮਤਲਬ ਕੀ ਹੈ? ਮਜਬ ਦਾ ਪੱਕਾ ਸਿੱਖ। ਸਾਨੂੰ ਸਾਰਿਆਂ ਨੂੰ ਮਜਬੀ ਸਿੱਖ ਹੋਣਾ ਚਾਹੀਦਾ ਸੀ। ਫਿਰ RSS ਬਜਰੰਗ ਦਲ ਉਹਨੇ ਸੋਚ ਨੂੰ ਤੋੜਨ ਦੀ ਬੜੀ ਕੋਸ਼ਿਸ਼ ਕੀਤੀ। ਇਸੇ ਸੋਚ ਨੂੰ ਜਿਹੜਾ ਇੱਕ ਵਾਰੀ ਸੰਗਤਾਂ ਨੂੰ ਇਹ ਵਿਖਾ ਚਮਾਰਾ ਉਹਨੇ ਖੁਦ ਕਿਹਾ ਆਪਣੇ ਆਪ ਨੂੰ ਚਮਾਰ ਗਿਆ। ਦੇਖੋ ਜੀ ਇਹ ਜਿਹੜੀ ਬਾਣੀ ਆ ਨਾ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨਿਆਂ ਭਗਤਾਂ ਦੀ ਲਿਖਿਆ। ਸੈਨ ਭਗਤ ਆ, ਤਿਰਲੋਚਨ ਹੈ, ਧੰਨਾ ਭਗਤ ਆ, ਕਬੀਰ ਜੀ ਆ, ਬਾਕੀ ਆਪਣੇ ਫਰੀਦ ਜੀ ਦੇ ਸ਼ਲੋਕ ਆ, ਕਬੀਰ ਸਾਰੇ ਕਬੀਰ ਦੇ ਜੀ। ਇਹ ਵੀ ਆਪਣੇ ਜਿਹੜੇ ਰਵਿਦਾਸ ਜੀ ਆ ਇਹ ਸਾਡੇ ਦਲਿਤ ਮਤਲਬ ਇਹਨਾਂ ਨੇ ਆਪਣੇ ਆਪ ਨੂੰ ਚਮਾਰ ਕਿਹਾ। ਜਾਤ ਨਹੀਂ ਛੁਪਾਈ ਇਹਨਾਂ ਨੇ। ਕਹੇ ਰਮਦਾਸ ਭਗਤ ਰਮਦਾਸ ਵਿਚਾਰਾ ਮਤਲਬ ਇਹ ਜੁੱਤੀਆਂ ਦਾ ਕੰਮ ਪਹਿਲਾਂ ਕਰਦੇ ਹੁੰਦੇ ਸੀ। ਇਹਨਾਂ ਦੇ ਨਾਲ ਹੀ ਮਤਲਬ ਜੁੱਤੀਆਂ ਕਰਨ ਦੇ ਕਾਰਨ ਇਹ ਬਾਣੀ ਆ ਜਿਹੜੀ ਭਗਤਾਂ ਦੀ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹ ਪਰ ਬਾਬੇ ਨਾਨਕ ਸਾਹਿਬ ਨੇ ਮਤਲਬ ਗੁਰੂ ਗੋਬਿੰਦ ਸਿੰਘ ਨੇ ਸਾਡੇ ਸਿੱਖ ਪਰੰਪਰਾ ਨੇ ਇਹਨਾਂ ਨੂੰ ਭਗਤ ਮੰਨ ਕੇ ਇਹਨਾਂ ਦੀਆਂ ਬਾਣੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤੀਆਂ। ਹੁਣ ਆ ਜਿਹੜਾ ਸਾਡਾ ਜੁੱਤੀਆਂ ਦਾ ਜਾਂ ਹਸਪਤਾਲ ਆ ਅਸੀਂ ਇਹਨਾਂ ਦੀ ਸ਼ੋਭਾ ਵਧਾਉਣ ਦੀ ਖਾਤਰ ਮਤਲਬ ਉਹਨਾਂ ਦੀ ਸ਼ਾਨ ਨੂੰ ਉੱਚਾ ਕਰਨ ਦੀ ਖਾਤਰ ਅਸੀਂ ਆਪਦੇ ਹੈ ਤਾਂ ਅਸੀਂ ਜ਼ਿਮੀਂਦਾਰ ਹਾਂ, ਕੰਮ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਤੋਂ ਘੱਟ ਹਾਂ ਜਾਂ ਵੱਧ ਨਹੀਂ। ਕਿਉਂ? ਜਦ ਉਹਨਾਂ ਨੇ ਖੁਦ ਆਪਣੇ ਆਪ ਨੂੰ ਚਮਾਰ ਦੱਸਤਾ ਅਸੀਂ ਉਹਨਾਂ ਨਾਲ ਵੱਧ ਚਮਾਰ ਹੈ। ਕੀ ਬਾਤ ਹੈ, ਬਹੁਤ ਖੂਬ ਜੀ। ਸੋ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਜੀ। ਹਾਂਜੀ, ਇਹ ਪਿੰਡ ਵਿੱਚ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਆ। ਜਿਹੜੇ ਇੰਨੇ ਗੁਰਦੁਆਰੇ ਬਣਾਏ ਇਹਨਾਂ ਦਾ ਕੋਈ ਫਾਇਦਾ ਨਹੀਂ। ਇੱਕ ਗੁਰਦੁਆਰਾ ਹੋਵੇ ਉਹਦੇ ਵਿੱਚ ਸਾਰੇ ਪ੍ਰੇਮ ਨਾਲ ਜਾਣ, ਸਤਿਕਾਰ ਨਾਲ ਉੱਥੇ ਨਾਮ ਜਪਣ, ਬਾਣੀ ਪੜ੍ਹਨ ਤੇ ਸਭ ਦਾ ਪ੍ਰੇਮ ਵਧੇ। ਇਹਦੇ ਵਿੱਚ ਕਦੀ ਅਸੀਂ ਆਖਦੇ ਨੇ ਆ ਮਜਬੀ ਸਿੰਘਾਂ ਦਾ ਗੁਰਦੁਆਰਾ ਆ, ਹੈਗਾ ਜੱਟਾਂ ਦਾ ਗੁਰਦੁਆਰਾ ਹੈ ਮਜਬੀ, ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ। ਸਿਰਫ ਸਾਡਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ, ਸਿਰਫ ਅਕਾਲ ਪੁਰਖ ਪਰਮਾਤਮਾ ਦਾ ਇੱਕੋ ਹੀ ਆ ਗੁਰਦੁਆਰਾ, ਇੱਕੋ ਹੀ ਹੋਣਾ ਚਾਹੀਦਾ ਪਿੰਡ 'ਚ। ਇਸ ਗੱਲ ਦੇ ਨਾਲ ਹੀ ਸਹਿਮਤ ਹਾਂ ਅਸੀਂ ਤੇ। ਅੱਛਾ, ਤੁਸੀਂ ਨੰਗੇ ਪੈਰ ਤੁਰ ਰਹੀ ਹੋ। ਬੀਬੀ ਜੀ ਵੀ ਬੀਬੀ ਸ਼ੁਰੂ ਤੋਂ ਹੀ ਲੱਗੇ ਹੋਏ ਆ। ਸਾਰੀਆਂ ਮਾਵਾਂ ਜਿਹੜੀਆਂ ਨੇ ਸ਼ੁਰੂ ਤੋਂ ਹੀ ਲੱਗੀਆਂ ਹੋਈਆਂ ਨੇ, ਭੁੱਖ ਹੜਤਾਲ ਦੇ ਵਿੱਚ ਵੀ ਸ਼ਾਮਿਲ ਹੁੰਦੀਆਂ ਰਹੀਆਂ ਨੇ। ਚਿਹਰਿਆਂ ਦੇ ਉੱਤੇ ਪਰ ਹਾਲੇ ਵੀ ਮੁਸਕਾਨ ਹੈਗੀ ਆ। ਚਿਹਰਿਆਂ ਦੀ ਮੁਸਕਾਨ ਨਹੀਂ ਤੁਹਾਡੀ ਉੜੀ, ਹਾਲਾਂਕਿ ਬਹੁਤ ਜ਼ੋਰ ਲਗਾਇਆ ਗਿਆ ਹੈਗਾ, ਬਹੁਤ ਕੁਝ ਤੁਸੀਂ ਵੇਖ ਲਿਆ, ਪਰ ਚਿਹਰਿਆਂ ਦੇ ਉੱਤੇ ਮੁਸਕਾਨ ਹਲੇ ਵੀ ਕਾਇਮ ਹੈ। ਕੀ ਰੀਜ਼ਨ ਹੈਗਾ ਇਹਦਾ? ਚੜ੍ਹਦੀ ਕਲਾ 'ਚ ਆਂ ਜੀ, ਚੜ੍ਹਦੀ ਕਲਾ 'ਚ ਆਂ। ਕੋਈ ਗੱਲ ਨਹੀਂ, ਜਿੰਨਾ ਚਿਰ ਮਰਜ਼ੀ ਚੁੱਪ ਵੱਟ ਛੱਡੇ ਮੋਦੀ ਹੈ। ਜਾਵਾਂਗੇ ਤੇ ਆਪਣੀ ਜਿੱਤ ਲੈ ਕੇ ਜਾਵਾਂਗੇ, ਨਹੀਂ ਤੇ ਨਹੀਂ ਜਾਵਾਂਗੇ। ਜਿੰਨਾ ਚਿਰ ਮਰਜ਼ੀ ਬਿਠਾਲ ਛੱਡੇ, ਭਾਵੇਂ ਸਾਨੂੰ ਸ਼ਹੀਦੀਆਂ ਵੀ ਪਾਉਣੀਆਂ ਪੈਣਗੀਆਂ, ਤਾਂ ਕੋਈ ਗੱਲ ਨਹੀਂ ਗੀ। ਹੁਣ ਆਪਣੇ ਬੱਚਿਆਂ ਵਾਸਤੇ ਆਏ ਆ, ਬੱਚਿਆਂ ਦੀ ਖਾਤਰ ਆਏ ਆ, ਨਹੀਂ ਤੇ ਘਰੀ ਵੀ ਕੀ ਸਾਡਾ ਰਹਿ ਜਾਣਾ ਜਦੋਂ ਮਤਲਬ ਸਾਡੇ ਕੋਲ ਜ਼ਮੀਨਾਂ ਖੁੱਸ ਜਾਣੀਆਂ ਵਾ। ਕੋਈ ਸਾਨੂੰ ਅਧਿਕਾਰ ਹੀ ਨਹੀਂ ਰਹਿ ਜਾਣਾ। ਮਹਿੰਗਾਈ ਜਿਹੜੀ ਅਕਤੂਬਰ ਕੱਢੀ ਜਾਣ ਡਈ ਹਰ ਇੱਕ ਦਾ ਹੈ। ਗੈਸ ਸਿਲੰਡਰ ਵੱਲ ਵੇਖ ਲਓ, ਬੱਤੀ ਵੱਲ ਵੇਖ ਲਓ, ਦਵਾਈਆਂ ਵੱਲ ਵੇਖ ਲਓ, ਇਲਾਜ ਵੱਲ ਵੇਖ ਲਓ, ਕੋਈ ਮਤਲਬ ਸਹਾਇਤਾ ਰਹਿ ਹੀ ਨਹੀਂ ਗਈ। ਕਿਉਂਕਿ ਪਹਿਲੋਂ ਅਸੀਂ ਆਨੇ ਹਾਂ ਮਨਮੋਹਨ ਸਿੰਘ ਚੁੱਪ ਕੀਤਾ, ਕੋਈ ਫੈਸਲੇ ਲੈਂਦਾ। ਇਹ ਜ਼ਿਆਦਾ ਹੀ ਮਤਲਬ ਬੋਲਣ ਡਿਆ ਪਿਆ ਤੇ ਇਹਨੇ ਜ਼ਿਆਦਾ ਹੀ ਅਕਤੂਬਰ ਕੱਢ ਦਿੱਤਾ ਜਨਤਾ ਦਾ। ਇਹਨੇ ਕੋਈ ਚੜ੍ਹਦੀ ਕਲਾ ਆ ਕਿੱਥੋਂ ਰਹੀ ਹੈ? ਮਹਾਰਾਜ ਵੱਲੋਂ, ਸਤਿਗੁਰ ਵੱਲੋਂ, ਦਸਵੇਂ ਪਾਤਸ਼ਾਹ ਵੱਲੋਂ। ਉਹਦੇ ਜੰਕਾਰਿਆਂ ਨਾਲ ਹੀ ਚੜ੍ਹਦੀ ਕਲਾ ਵਾ। ਉਹਦੀ ਬਾਣੀ ਨਾਲ ਜੁੜੇ ਆ ਤੇ ਉਹਦੀ ਚੜ੍ਹਦੀ ਕਲਾ 'ਚ ਹੀ ਰਵਾਂਗੇ। ਪਰਿਵਾਰ ਸਾਰਾ ਵਾਰ ਕੇ ਵੀ ਚੜ੍ਹਦੀ ਕਲਾ 'ਚ ਰਿਹਾ ਸੀ ਤੇ ਅਸੀਂ ਵੀ ਚੜ੍ਹਦੀ ਕਲਾ 'ਚ ਆ। ਬਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਭ ਸੰਗਤਾਂ ਨੂੰ ਜੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਲੋੜ ਹੈ ਉਹਨਾਂ ਦੀਆਂ ਸਿੱਖਿਆਵਾਂ ਦੇ ਚੱਲਣ ਦੀ। ਜਦੋਂ ਉਹਨਾਂ ਦਾ ਜਨਮ ਹੋਇਆ ਤੇ ਜਿਹੜੇ ਸਮਾਜਿਕ ਹਾਲਾਤ ਸਨ, ਰਾਜਨੀਤਿਕ ਹਾਲਾਤ ਸਨ, ਉਹ ਅੱਜ ਨਾਲ ਰਲਦੇ ਸਨ। ਉਹਦੇ ਬਾਬਤ ਕੁਝ ਕਵਿਤਾ ਦੇ ਰੂਪ ਵਿੱਚ ਆਪ ਜੀ ਨਾਲ ਸਾਂਝਾ ਕਰਦੇ ਹਾਂ ਜੀ, ਜੋ ਅੱਜ ਹੀ ਲਿਖਿਆ ਜੀ। ਹੋ ਜ਼ੁਲਮ ਦੀ ਡਾਂਗ ਸੱਟ ਧਰਮਾਂ ਨੂੰ ਮਾਰਦੀ, ਵਿਗੜੀ ਸੀ ਦਸ਼ਾ ਜਦੋਂ ਸਾਰੇ ਸੰਸਾਰ ਦੀ। ਹੋਇਆ ਹੰਕਾਰ ਬੜਾ ਸੀ ਰਾਜਿਆਂ ਵਜ਼ੀਰਾਂ ਨੂੰ, ਕਾਂਸ਼ੀ ਦਾ ਭਗਤ ਆਇਆ ਹੋ ਕਾਂਸ਼ੀ ਦਾ ਭਗਤ ਗੰਢਦਾ, ਟੁੱਟੀਆਂ ਤਕਦੀਰਾਂ ਨੂੰ ਕਾਂਸ਼ੀ ਦਾ ਭਗਤ ਗੰਢਦਾ, ਟੁੱਟੀਆਂ ਤਕਦੀਰਾਂ ਨੂੰ। ਹੋ ਰੋਂਦੇ ਸਨ ਕਿਰਤੀ ਜਦੋਂ ਆਪਣੇ ਨਸੀਬਾਂ ਨੂੰ, ਸਮਝਿਆ ਸੀ ਤਗੜੇ ਕੂੜਾ ਬੰਦਿਆਂ ਗਰੀਬਾਂ ਨੂੰ। ਹੋ ਦਿੱਤਾ ਸੀ ਕੱਟ ਪੈਰਾਂ ਚੋਂ ਜ਼ੁਲਮ ਜੰਜੀਰਾਂ ਨੂੰ, ਕਾਂਸ਼ੀ ਦਾ ਭਗਤ ਗੰਢਦਾ,
ਟੁੱਟੀਆਂ ਤਕਦੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਹੋ ਰਹਿੰਦਾ ਸੀ ਮੂੰਹ ਅੱਡਿਆ ਜ਼ੁਲਮ ਦੀ ਡੈਣ ਦਾ ਮਾੜੇ ਦਾ ਹੱਕ ਖੁੱਸਿਆ ਪਿੰਡਾਂ ਵਿੱਚ ਰਹਿਣ ਦਾ ਖਾ ਨਾ ਸਕਦਾ ਮਾੜਾ ਖੁਸ਼ੀ ਦੀਆਂ ਖੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਟੁੱਟੀਆਂ ਤਕਦੀਰਾਂ ਨੂੰ ਕਾਸ਼ੀ ਦਾ ਭਗਤ ਓ ਮਾੜੇ ਨੂੰ ਵੇਖ ਕੇ ਪੈਂਦੀ ਮੱਥੇ ਤੇ ਪੂਰ ਸੀ ਚੜ ਕੇ ਤੇ ਸਿਰ ਬੋਲਦਾ ਸ਼ਾਹੀ ਫਤੂਰ ਸੀ ਉਹ ਰੱਖਦੇ ਸਨ ਚੰਡ ਕੇ ਹਾਕਮ ਜ਼ੁਲਮੀ ਸ਼ਮਸ਼ੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਟੁੱਟੀਆਂ ਤਕਦੀਰਾਂ ਨੂੰ ਰੱਬ ਦਾ ਭਗਤ ਗੰਢਦਾ ਹੋ ਰੂਪ ਜੋ ਭੇਜਿਆ ਆਪਣੇ ਹੋ ਰੂਪ ਜੋ ਭੇਜਿਆ ਆਪਣਾ ਆਪ ਹੈ ਦੇਵਾ ਨੇ ਹੋ ਕੰਡਿਆਂ ਤੋਂ ਪੈਰ ਬਚਾਏ ਜੋੜਿਆਂ ਦੀ ਸੇਵਾ ਨੇ ਹੁੰਦਾ ਨਾ ਡਰ ਕਿਸੇ ਦਾ ਗੁਣੀ ਗਹੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਟੁੱਟੀਆਂ ਤਕਦੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਮਲਕੀਤ ਸਰਪੰਚਾ ਦੱਸਿਆ ਰਸਤਾ ਹੈ ਰਾਹੀ ਨੂੰ ਕਲਮ ਨਾਲ ਕੀਤਾ ਅੰਕਿਤ ਬਾਣੀ ਦਰਗਾਹੀ ਨੂੰ ਕਲਮ ਨਾਲ ਕੀਤਾ ਅੰਕਿਤ ਬਾਣੀ ਦਰਗਾਹੀ ਨੂੰ ਹੋ ਜਾਣਾ ਹੈ ਛੱਡ ਬੰਦਿਆ ਜਾਣਾ ਹੈ ਛੱਡ ਬੰਦਿਆ ਝੂਠੀਆਂ ਜਗੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਟੁੱਟੀਆਂ ਤਕਦੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਟੁੱਟੀਆਂ ਤਕਦੀਰਾਂ ਨੂੰ ਕਾਸ਼ੀ ਦਾ ਭਗਤ ਗੰਢਦਾ ਜੀ ਟੁੱਟੀਆਂ ਤਕਦੀਰਾਂ ਨੂੰ। ਕੀ ਬਾਤ ਹੈ, ਇਕੱਲੇ ਜੁੱਤੀਆਂ ਨਹੀਂ ਸੀ ਗੰਢਦੇ ਤਕਦੀਰਾਂ ਵੀ ਗੰਢ ਦਿੰਦੇ ਸੀ। ਕੀ ਬਾਤ ਹੈ। ਅੱਛਾ, ਮੈਨੂੰ ਨਾ ਖਿਆਲ ਆ ਰਿਹਾ ਸੀਗਾ ਵੀ ਭਗਤ ਰਵਿਦਾਸ ਜੀ ਨੇ ਸ਼ਸਤਰ ਨਹੀਂ ਚਲਾਏ, ਯੁੱਧ ਨਹੀਂ ਲੜਿਆ, ਪਰ ਤੁਸੀਂ ਉਹਨਾਂ ਦੀ ਵਾਰ ਗਾਈ ਹੈ ਇੱਕ ਤਰੀਕੇ ਨਾਲ। ਤਾਂ ਇਹ ਅਸੀਂ ਵੇਖ ਸਕਦੇ ਹਾਂ ਵੀ ਜਿਹੜੀ ਸਮਾਜ ਦੇ ਨਾਲ ਸਮਾਜਿਕ ਪੱਧਰ ਦੇ ਉੱਤੇ ਜਿਹੜੀ ਲੜਾਈ ਉਹਨਾਂ ਨੇ ਲੜੀ ਹੈਗੀ ਆ, ਜਿਹੜੀ ਕ੍ਰਾਂਤੀਕਾਰੀ ਉਹਨਾਂ ਦੀ ਬਾਣੀ ਹੈਗੀ ਆ, ਉਹ ਵੀ ਕਿਸੇ ਜੰਗ ਤੋਂ ਘੱਟ ਨਹੀਂ ਸੀ, ਕਿਉਂਕਿ ਉਸ ਵੇਲੇ ਜਿਹੜਾ ਸਮਾਜ ਸੀਗਾ ਸਾਡਾ ਉਹ ਇਸ ਤਰੀਕੇ ਨਾਲ ਵਰਨ ਵੰਡ ਦੇ ਵਿੱਚ ਵੰਡਿਆ ਗਿਆ ਸੀਗਾ ਕਿ ਇਹੋ ਜਿਹੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਤਾਂ ਮੰਦਰ ਤਾਂ ਦੂਰ, ਉਹਨਾਂ ਨੂੰ ਤਾਂ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਸੀਗੇ। ਬਿਲਕੁਲ ਜੀ, ਉਹ ਸਮਾਂ ਸੀ ਜਦੋਂ ਸ਼ਾਹੂਕਾਰ ਲੋਕ ਆਪਾਂ ਕਹਿ ਸਕਦੇ ਜਿਹੜੇ ਤਗੜੇ ਲੋਕ ਸੀ, ਰਾਜੇ ਵਜ਼ੀਰ ਸਨ, ਉਹਨਾਂ ਨੇ ਜਨਤਾ ਦੇ ਸਾਰੇ ਜਿਹੜੇ ਆਮ ਵਰਗ ਦੇ ਹੱਕ ਹਕੂਕ ਸਾਰੇ ਖੋਹ ਲਏ ਸਨ। ਉਹਨਾਂ ਦੇ ਜਿੱਦਾਂ ਆਪ ਜੀ ਨੇ ਗੱਲ ਕੀਤੀ, ਨਾ ਮੰਦਰ 'ਚ ਜਾ ਸਕਦੇ ਨਾ ਸਕੂਲ 'ਚ ਜਾ ਸਕਦੇ। ਤੇ ਜਿਹੜੀ ਗੱਲ ਆਉਂਦੀ ਆ ਤੇਗ ਤੇ ਕਲਮ ਦੀ ਜੀ, ਤੇਗ ਤੇ ਕਲਮ ਦਾ ਸੁਮੇਲ ਇੱਕੋ ਜਿਹਾ ਹੀ ਆ, ਇਹ ਵੇਖਣ ਵਾਲੇ ਦਾ ਫਰਕ ਆ ਜੀ। ਜਦ ਕਿ ਬਲਕਿ ਜਿਹੜੀ ਕਲਮ ਆ ਉਹ ਉਸ ਤੋਂ ਵੀ ਵੱਧ ਮਾਰ ਕਰ ਜਾਂਦੀ ਆ ਜੀ, ਤੇਗ ਨਾਲੋਂ ਵੀ ਵੱਧ। ਹੁਣ ਤੇਗ ਦੇ ਫੱਟ ਮਿਟ ਜਾਂਦੇ ਨੇ, ਪਰ ਜਿਹੜੇ ਕਲਮ ਦੇ ਲਾਏ ਫਾਟਿਆ ਕਲਗੀਧਰ ਪਾਤਸ਼ਾਹ ਨੇ ਜਫਰਨਾਮਾ ਛੱਡਿਆ ਜੀ ਤੀਰ ਵਾਂਗੂ, ਅਰੰਗੇ ਦੇ ਵੱਜਾ ਹਿੱਕ 'ਚ ਜਾ ਕੇ ਮੌਤ ਹੋ ਗਈ। ਜਿਹੜਾ ਇੰਨੀਆਂ ਜੰਗ ਯੁੱਧ ਉਹਨੇ ਲੜੇ, ਇੰਨੀਆਂ ਤੇਗਾਂ ਚਲਾਈਆਂ, ਵਾਹੀਆਂ, ਬੰਦੇ ਮਰਵਾਏ, ਸਿੰਘ ਵੀ ਸ਼ਹੀਦ ਹੋਏ ਸਾਡੇ, ਪਰ ਉਹ ਜਫਰਨਾਮੇ ਨਾਲ ਹੀ ਮੌਤ ਹੋ ਗਈ ਜੀ ਉਹਦੀ। ਇਸ ਕਰਕੇ ਭਗਤ ਜੀ ਬੜੇ ਕ੍ਰਾਂਤੀਕਾਰੀ ਉਹਨਾਂ ਦਾ ਜੀਵਨ ਸੀ ਉਹਨਾਂ ਦਾ। ਉਹਨਾਂ ਨੇ ਜ਼ੁਲਮ ਦੇ ਖਿਲਾਫ, ਜਿਹੜਾ ਅਨਿਆਂ ਇੰਨਾ ਜ਼ਿਆਦਾ ਹੋ ਰਿਹਾ ਸੀ ਆਮ ਵਰਗ ਨਾਲ, ਉਹਦੇ ਖਿਲਾਫ ਉਹਨਾਂ ਨੇ ਕਲਮ ਨਾਲ ਜੰਗ ਲੜੀ ਆ ਜੀ। ਤੇ ਉਹਨਾਂ ਦੀ ਕਲਮ ਨੇ ਐਸਾ ਵਾਰ ਕੀਤਾ ਕਿ ਅੱਜ ਵੀ ਉਤੋਂ ਸੇਧ ਲੈ ਕੇ ਇਹ ਜੰਗਾਂ ਜਿਹੜੀਆਂ ਗਾਂ ਵੀ ਜਿੱਦਾਂ ਅੱਜ ਦਾ ਅੰਦੋਲਨ ਆ ਇਹ ਸ਼ਾਂਤਮਈ ਰਹਿ ਕੇ ਤੇ ਕਲਮ ਨਾਲ ਵੀ ਲੜਿਆ ਜਾ ਸਕਦਾ ਜੀ। ਜਨਦੇਵ ਜੀ ਸੱਚੇ ਪਾਤਸ਼ਾਹ ਦੇਖੋ ਤੱਤੀ ਤਵੀ ਤੇ ਬੈਠ ਕੇ ਆਪਾਂ ਨੂੰ ਸ਼ਾਂਤ ਰਹਿਣਾ ਚਾਹੀਦਾ। ਸ਼ਾਂਤੀ 'ਚ ਇੰਨੀ ਤਾਕਤ ਆਪਾਂ ਨੂੰ ਹਰਾ ਦਾਂਗੇ, ਆਪਾਂ ਸ਼ਾਂਤੀ 'ਚ ਇਹਨਾਂ ਨੂੰ ਤਰਾ ਦਾਂਗੇ। ਗੁਰੂ ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ, ਉਹਨਾਂ ਦਾ ਸੀਸ ਕਲਮ ਕਰਤਾ, ਉਹਨਾਂ ਨੇ ਕਿੰਨੀ ਸ਼ਾਂਤੀ ਰੱਖੀ। ਮਤੀ ਦਾ ਸਤੀ ਦਾ ਸਾਡੇ ਪਿੰਡ ਦੇ ਕੋਲ ਲੌਂਗੋਵਾਲ ਪਿੰਡ ਹੈ, ਪੰਡਤਾਂ ਦੇ ਘਰ ਦਾ ਉਹਨਾਂ ਦਾ ਜਨਮ ਹੈ। ਭਾਈ ਦੈਲਾ ਦੇਗ ਚਵਾਲਤਾ, ਉਹਨਾਂ ਨੇ ਫੇਰ ਸ਼ਾਂਤੀ ਰੱਖੀ। ਜਦੋਂ ਮਤੀ ਦਾਸ ਨੂੰ ਅੰਦਰੋਂ ਹਵਾਲਾ ਚੋਂ ਕੱਢ ਕੇ ਲਿਆਂਦਾ, ਮਹਾਰਾਜ ਨੂੰ ਕਿਹਾ ਵੀ ਜੇਲ੍ਹ ਨੂੰ ਤੋੜ ਦਿਆਂ ਸਿੰਘਾਂ, ਉਹਨਾਂ ਨੇ ਫਿਰ ਇਹੀ ਗੱਲ ਕਹੀ, ਆਪਾਂ ਨੇ ਇਹ ਕੰਮ ਨਹੀਂ ਕਰਨਾ ਹੈ, ਆਪਾਂ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਆ। ਇਹ ਵੀ ਗੱਲ ਸੱਚ ਹੈਗੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਸ਼ਾਂਤੀ, ਪਰ ਕ੍ਰਾਂਤੀ ਵੀ ਸ਼ਾਂਤੀ ਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਜਦੋਂ ਅੱਤ ਹੋ ਜਾਵੇ ਫਿਰ ਉਹ ਕ੍ਰਾਂਤੀ ਪੈਦਾ ਹੋ ਜਾਂਦੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਕਿ ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਗ ਹੈ ਸਭ ਜਗ ਪਿਓ।
ਜੈ 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 ਸੁਰ ਲੋ, ਫਿਰ ਜੈ ਜੈ ਵੀ ਹੁੰਦੀ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਹ ਕੌਮ ਹੈਗੀ, ਹੁਣ ਮੈਂ ਜਾਂਦੇ ਆਂਦੇ ਉਹ ਵੀ ਕਹਿਦਾ ਕਿਉਂਕਿ ਮੇਰਾ ਦਿਲ ਕਰ ਗਿਆ ਦੋਸਤੋ, ਰਿਹਾ ਨਹੀਂ ਜਾਂਦਾ, ਹੁਣ ਗੱਲ ਇੱਥੇ ਤੱਕ ਆ ਗਈ। ਪੰਡਤਾਂ ਦੀ ਹੈ ਜੀ, ਸਾਨੂੰ ਪੰਡਤਾਂ ਨੂੰ ਦੇਖੋ ਮਾੜਾ ਵੀ ਕਹਿ ਦਿੰਦੇ ਨੇ, ਪਰ ਸਾਡੇ ਅਸੀਂ ਤਾਂ ਵੱਧ ਕੁਰਬਾਨੀਆਂ ਦਿੱਤੀਆਂ ਨੇ, ਅਸੀਂ ਤਾਂ ਦੇਖੋ ਜੀ ਵੱਧ ਕੁਰਬਾਨੀਆਂ ਦਿੱਤੀਆਂ ਨੇ। ਮੇਰੇ ਚਾਚੇ ਤਾਏ ਬਾਬੇ ਸਾਡੇ ਨਾਲ ਪਿੰਡ ਹੈ ਲੌਂਗੋਵਾਲ, ਸਾਡੇ ਬਸੇ ਹੋਏ ਨੇ, ਇਕੱਠੇ ਰਹਿੰਦੇ ਆ ਉੱਥੇ, ਸਾਰੇ ਹਿੰਦੂ ਇਕੱਠੇ ਰਹਿੰਦੇ ਨੇ, ਇੰਨਾ ਪਿਆਰ ਆ ਜਿੰਨਾ ਵੀ ਕਹਦੇ ਜੀ। ਦੇਖੋ ਸਾਡੀਆਂ ਕੁਰਬਾਨੀਆਂ ਜਿੰਨੀਆਂ ਦੇਖੋ ਹਿੰਦੂਆਂ ਪਿੱਛੇ ਆਪਣੇ ਸਾਡੇ ਪੰਡਤਾਂ ਨੇ ਵੀ ਦਿੱਤੀਆਂ। ਦੇਖੋ ਮਤੀ ਦਾਸ, ਸਤੀ ਦਾਸ, ਭਾਈ ਦੇਲਾ, ਵੈਸੇ ਇੰਨੀ ਤਾਂ ਮੈਂ ਉਹ ਪੜ੍ਹੀ ਨਹੀਂ ਸਟੋਰੀ, ਬਾਕੀ ਮਹਾਰਾਜ ਜਿਹੜੇ ਪੰਜੇ ਮਹਾਰਾਜ ਨੇ ਕੱਢੇ, ਪੰਜ ਪਿਆਰੇ, ਵੈਸੇ ਉਹ ਪੰਜੇ ਪੰਡਤ ਤੇ। ਵੈਸੇ ਦੇਖੋ ਜੀ ਉਹਨਾਂ ਦੀ ਤੁਸੀਂ ਬੈਕਗ੍ਰਾਉਂਡ ਸਾਨੂੰ ਮੈਂ ਤਾਂ ਇੱਕਦਮ ਸਟੇਜ ਤੇ ਸੁਣੀ ਸੀ, ਵੈਸੇ ਉਹ ਪੜ੍ਹਨੀ ਚਾਹੀਦੀ ਹੈ। ਮੈਂ ਮੰਨਦਾ ਜੀ, ਆਪਾਂ ਨਾ ਜਾਤਾਂ ਦੇ ਵਿੱਚ ਨਾ ਜੋੜੀਏ ਇਸ ਚੀਜ਼ ਨੂੰ, ਕਿਉਂਕਿ ਦੇਖੋ ਗੁਰੂ ਗੋਬਿੰਦ ਪੰਡਤ ਨਾਲ ਨਹੀਂ, ਬ੍ਰਾਹਮਣ ਕੌਮ ਨਾਲ ਨਹੀਂ, ਸਾਨੂੰ ਇਹ ਬਿਲਕੁਲ। ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਾਂ ਆਪ ਹੀ ਕਹਿਤਾ, ਕਹਿੰਦੇ ਵੀ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ, ਉਹਨੇ ਤਾਂ ਇਕੱਠਾ ਹੀ ਕਰਤਾ। ਵਾਲਿਆਂ ਨੂੰ ਇਹ ਦੱਸਦੇ ਆ ਅਸੀਂ ਪੰਡਤ ਆ, ਸਾਰੇ ਹਿੰਦੂ ਸਿੱਖ ਭਰਾਵਾਂ ਦੇ ਨਾਲ ਆ, ਸਾਡੀ ਇੱਕੋ ਹੀ ਮਕਸਦ ਹੈ ਕਾਨੂੰਨਾਂ ਨੂੰ ਵਾਪਸ ਕਰਾਉਣਾ। बहुत खूब जी। कहते छाए जाती एकता अनेकता बिलाई जाती होवत कुचीलता कतेबन कुरान की, पाप ही परपक जाते धर्म धसक जाते और वर्ण गर्क जाते साहित्य विधान की, देवी देव देहुरे संतोख सिंह दूर होते और रीत मिट जाती कथा बेदन पुराण की, श्री गुरु गोबिंद सिंह पावन परमसूर मूर्त न होती जब करुणा निधान की। एक करुणा निधान ने उन्होंने हाँ जी महाराजा रणजीत सिंह साडे पिंड नानके ने बहावनका किला, महाराजा जनरल हरबख्श सिंह, असी वो योद्धा की धरती तो हाँ, सारे हिंदू भरा उन्होंने इकट्ठे रखे ने, इकट्ठे ही उरे भी अभी इकट्ठे रहना है, पर सानू पाड़न की कोशिश बख करना, साडा मुद्दा जिहड़ा साडे हक दे देना। देखो गुरु नानक दा घर किड्डा वड्डा घर हैगा, बापू जी कहते मैं पंडितां दे परिवार तो हैगा, पर तुसी अंदाजा नहीं ला सकते। देखो और देखो गुरु नानक देव जी महाराज और गुरु ग्रंथ साहिब जी महाराज जी का एडा वड्डा हिरदा हैगा कि किसी नूं कंपैल नहीं किया जाता कि तुसी अपना धर्म परिवर्तन करो, ਇਹਦੇ ਵਿੱਚ ਸਾਰੇ ਹੀ ਕਬੂਲ ਨੇ, ਇੱਕ ਹੈ ਪਹਿਚਾਨ। ਇੱਥੇ ਗੁਰਦੁਆਰੇ ਦੇ ਵਿੱਚ ਤੁਸੀਂ ਗੁਰਦੁਆਰੇ ਦੇ ਵਿੱਚ ਰਾਮ ਰਾਮ ਵੀ ਤੁਸੀਂ ਜਪ ਸਕਦੇ ਆ, ਤੁਸੀਂ ਅੱਲਾ ਅੱਲਾ ਵੀ ਜਪ ਸਕਦੇ ਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ। ਹਾਂਜੀ ਕੋਈ ਹਿੰਦੂ ਹੈ ਭਰਾ ਹੈ, ਕੋਈ ਵਿਚਾਰਾ ਮੁਸਲਮਾਨ ਹੈ, ਕੋਈ ਜਾਤ ਪਾਤ ਨਹੀਂ, ਇੱਥੇ ਕੋਈ ਜਾਤ ਪਾਤ ਨਹੀਂ। ਹਾਂ ਹਾਂ, ਹੱਥ ਬੰਨ ਕੇ ਸਰਕਾਰਾਂ ਨੂੰ ਇਹ ਕਹਿੰਦੇ ਸਾਨੂੰ ਨਾ ਵੰਡਣਾ। ਅੱਛਾ ਬਾਪੂ ਜੀ ਨਾਂ ਦੱਸ ਦਿਓ ਆਪਣਾ। ਨਾਮ ਮਹਿੰਦਰਪਾਲ, ਪਿੰਡ ਬਡਰੁੱਖਾਂ, ਜ਼ਿਲ੍ਹਾ ਸੰਗਰੂਰ। ਜਰਨਲ ਹਰਬਖਸ਼ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸਾਡੇ ਪਿੰਡ। ਹਾਂ, ਉਹਨਾਂ ਦਾ ਬਹੁਤ ਵੱਡਾ ਕਿਲਾ ਹੈ, ਜਾ ਕੇ ਦੇਖ ਸਕਦੇ ਹੋ, ਜਦੋਂ ਮਰਜ਼ੀ ਦੇਖ ਸਕਦੇ ਹੋ। ਬਿਲਕੁਲ ਜੀ, ਆਵਾਂਗੇ ਔਰ ਤੁਹਾਡੇ ਨਾਲ ਮੁਲਾਕਾਤ ਵੀ ਕਰਾਂਗੇ, ਉੱਥੇ ਹੋਰ ਗੱਲਾਂ ਵੀ ਕਰਾਂਗੇ। ਆਪਣਾ ਲਾਲ ਕਿਲਾ ਨਾ, ਏਡਾ ਹੀ ਕਿਲਾ ਉਹਨਾਂ ਦਾ ਉੱਥੇ, ਇਹ ਤੋਂ ਬੜਾ ਬਸ਼ੱਕ ਹੋਵੇ ਦਿੱਲੀ ਵਾਲੇ ਲਾਲ ਕਿਲੇ ਤੋਂ, ਜਾ ਕੇ ਉੱਥੇ ਦੇਖ ਸਕਦੇ ਹੋ। 40 ਕਿੱਲੇ 8 ਕਿੱਲੇ ਜਾਈਏ ਉਹ। ਚਲੋ ਅੱਜ ਅਸੀਂ ਹੁਣ ਜੁੜ ਰਹੇ ਹਾਂ ਕਿਉਂਕਿ ਨਗਰ ਕੀਰਤਨ ਜਿਹੜਾ ਹੈਗਾ ਉਹਦੇ ਨਾਲ ਜੋੜਨਾ ਹੈਗਾ ਸੰਗਤਾਂ ਨੂੰ ਵੀ, ਤੇ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਸਾਨੂੰ ਮੁਲਾਕਾਤ ਕਰਕੇ, ਬਾਪੂ ਜੀ ਦੇ ਨਾਲ ਵੀ ਇੱਥੇ। ਆਖਰ ਇੱਧਰ ਆ ਜਾਓ ਤੁਸੀਂ, ਆਖਰ ਦੇ ਵਿੱਚ ਅਸੀਂ ਕਮਿਸ਼ਨਰ ਮਲਕੀਤ ਸਿੰਘ ਤੋਂ ਵੀ ਹੁਣ ਇਜਾਜ਼ਤ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਵੀ ਉਹਨਾਂ ਕੋਲ ਹੈਗਾ, ਇੱਕ ਖਜ਼ਾਨਾ ਹੈਗਾ ਉਹਨਾਂ ਦੇ ਨਾਲ, ਉਹਨਾਂ ਦੇ ਕੋਲ ਜਿਹੜਾ ਤੁਹਾਨੂੰ ਵੀ ਦੇਣਾ ਹੈਗਾ, ਅਸੀਂ ਆਪ ਵੀ ਸਿੱਖਣਾ ਹੈਗਾ। ਸੋ ਇੱਕ ਵਾਰੀ ਫਿਰ ਭਗਤ ਰਵਿਦਾਸ ਜੀ ਦਾ ਔਰ ਬਾਬਾ ਸੰਗਤ ਸਿੰਘ ਜੀ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਦਿੱਲੀ ਦੇ ਬਰੂਹਾਂ ਦੇ ਉੱਤੇ, ਆਓ ਇੱਕ ਵਾਰੀ ਫਿਰ ਉਹਨਾਂ ਦੇ ਨਾਲ ਜੁੜਦੇ ਹਾਂ ਜੀ। ਫਤਿਹ ਪ੍ਰਵਾਨ ਕਰਨੀ ਔਰ ਹੋਈਆਂ ਭੁੱਲਾਂ ਚੁੱਕੀਆਂ, ਕਿਉਂਕਿ ਬਾਣੀ ਮਹਾਂ ਬੋਲ ਨੇ, ਮਹਾਂਪੁਰਖਾਂ ਦੀ ਬਾਣੀ ਹੈਗੀ ਹੈ, ਕਈ ਵਾਰੀ ਬੋਲਦੇ ਕੋਈ ਗਲਤੀ ਹੋ ਜਾਂਦੀ ਹੈ, ਜਾਣੇ ਅਣਜਾਣੇ ਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਅਣਜਾਣਾ ਜੀ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸੋ ਇਸੇ ਅਰਦਾਸ ਨਾਲ ਦੋਸਤੋ ਅਰਦਾਸ ਕਰਿਓ ਵੀ ਇੱਥੇ ਜਿਸ ਮਕਸਦ ਨੂੰ ਲੈ ਕੇ ਕਿਸਾਨ ਪਹੁੰਚੇ ਹੋਏ ਨੇ ਉਹ ਮਕਸਦ ਛੇਤੀ ਹੱਲ ਹੋਵੇ ਜੀ। ਸੱਚੀ ਗੱਲ ਦਿਖਾਵੇ, ਸੱਚੇ ਪਾਤਸ਼ਾਹ ਤੁਹਾਨੂੰ ਇਹ। ਅੱਜ ਵੈਸੇ ਤਾਂ ਅਕਸਰ ਉਹਨਾਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਸਾਨੀ ਦੀ ਗੱਲ ਹੁੰਦੀ ਹੈ, ਪਰ ਅੱਜ ਗੁਰੂ ਮਹਾਰਾਜ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵੇਖ ਰਹੇ ਹੈਗੇ ਹਾਂ ਜੀ ਸਮਾਜ ਦੇ ਵਿੱਚ ਇੱਕ ਵਾਰੀ ਫੇਰ ਵੰਡੀਆਂ ਪਈਆਂ ਹੋਈਆਂ ਨੇ, ਗੁਰਦੁਆਰੇ ਜਿਹੜੇ ਨੇ ਪਿੰਡਾਂ ਦੇ ਵਿੱਚ ਵੱਖ-ਵੱਖ ਬਣੇ ਹੋਏ ਨੇ, ਸ਼ਮਸ਼ਾਨ ਘਾਟ ਜਿਹੜੇ ਨੇ ਉਹ ਵੀ ਅਲੱਗ-ਅਲੱਗ ਬਣਾਏ ਹੋਏ ਨੇ, ਪਰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਤਾਬਿਆ ਤੁਸੀਂ ਵੀ ਬੈਠੇ ਹੈਗੇ ਹੋ। ਕੀ ਕਹਿਣਾ ਚਾਹੋਗੇ? ਅੱਜ ਅਸੀਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਖਾਸ ਤੌਰ ਦੇ ਉੱਤੇ ਬਾਬਾ ਸੰਗਤ ਸਿੰਘ ਜੀ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਕਲਗੀ ਵੀ ਬਖਸ਼ਿਸ਼ ਕੀਤੀ ਸੀਗੀ, ਕੀ ਜਜ਼ਬਾਤ ਨੇ ਅੱਜ ਤੁਹਾਡੇ? ਸਾਰੀ ਦੁਨੀਆ ਦਾ ਰੱਬ ਇੱਕੋ ਹੀ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਉਹੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਹੈ, ਉਹਦੇ 'ਚ ਕੋਈ ਧਰਮ ਦਾ ਸਵਾਲ ਨਹੀਂ, ਕੋਈ ਜਾਤੀ ਦਾ ਸਵਾਲ ਨਹੀਂ। ਤੇ ਅੱਜ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪਰਬ ਹੈ ਤੇ
ਜਿਹੜੇ ਸੰਤ ਮਹਾਪੁਰਸ਼ ਹੁੰਦੇ ਨੇ ਉਹ ਕਿਸੇ ਨਾ ਜਾਤ ਦੇ ਹੁੰਦੇ ਨੇ ਨਾ ਧਰਮ ਦੇ ਹੁੰਦੇ ਨੇ। ਆਪਾਂ ਅੱਗੇ ਵੰਡੀਆਂ ਪਾ ਲਈਆਂ ਨੇ, ਉਹ ਤੇ ਸਾਰੇ ਉਸ ਮਾਲਕ ਨੂੰ ਮੰਨਣ ਵਾਲੇ ਹੁੰਦੇ ਨੇ ਤੇ ਸਾਰੇ ਜਗਤ ਦੇ ਹੁੰਦੇ ਨੇ। ਤੇ ਅੱਜ ਉਹਨਾਂ ਦੇ ਪ੍ਰਕਾਸ਼ ਉਤਸਵ ਤੇ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਉਹ ਸਾਰਿਆਂ ਨੂੰ ਉਹਦੇ 'ਚ ਸ਼ਾਮਿਲ ਹੋਣਾ ਚਾਹੀਦਾ ਤੇ ਉਹ ਵੀ ਰਹੇ ਆ। ਤੇ ਇਹ ਇੱਕ ਸੰਦੇਸ਼ ਹੈ ਦੁਨੀਆ ਵਾਸਤੇ, ਭਾਈਵਾਲਤਾ ਦਾ, ਸਾਂਝੀਵਾਲਤਾ। ਮੈਨੂੰ ਇਹ ਦੱਸੋ ਚੜੂਨੀ ਸਾਹਿਬ, ਵੈਸੇ ਮੈਂ ਥੋੜਾ ਜਿਹਾ ਚਾਹਾਂਗਾ ਗੱਲ ਕਰ ਲਈਏ ਕਿ ਤੁਸੀਂ ਕਿਸ ਹੈਸੀਅਤ ਤੋਂ ਅੱਜ ਆਏ ਹੋ, ਇੱਥੇ ਬੈਠੇ ਹੋ? ਸ਼ਰਧਾਲੂ ਦੀ ਹੈਸੀਅਤ ਦੇ ਨਾਲ ਬੈਠੇ ਹੋ, ਕਿਸਾਨ ਦੀ ਹੈਸੀਅਤ ਦੇ ਨਾਲ ਬੈਠੇ ਹੋ, ਜਾਂ ਫਿਰ ਕਿਸਾਨ ਆਗੂ ਦੀ ਹੈਸੀਅਤ ਤੋਂ ਇੱਥੇ ਬੈਠੇ ਹੋ? ਨਹੀਂ, ਇੱਥੇ ਕਿਸਾਨ ਆਗੂ ਦੀ, ਰੱਬ ਦੇ ਦਰਗਾਹ 'ਚ ਕੋਈ ਕਿਸਾਨ ਆਗੂ ਦੀ ਕੋਈ ਹੈਸੀਅਤ ਨਹੀਂ ਹੁੰਦੀ। ਇੱਥੇ ਤੇ ਉਹਦੇ ਅੱਗੇ ਤੇ ਸਾਰੇ ਬਰਾਬਰ ਨੇ। ਉੱਥੇ ਤੇ ਕਰਮਾਂ ਦਾ ਖੇਲ ਹੁੰਦਾ, ਉੱਥੇ ਪਦਾਂ ਦਾ ਖੇਲ ਨਹੀਂ ਹੁੰਦਾ। ਅੱਛਾ, ਮੈਂ ਮਸਲੇ ਦੀ ਜੇ ਮੈਂ ਗੱਲ ਕਰਾਂ, ਕੋਈ ਗੱਲ ਕਰਨਾ ਚਾਹੂੰਗੇ ਕਿ ਅੱਜ ਜਿਹੜਾ ਮਾਹੌਲ ਹੈਗਾ, ਜਿਸ ਤਰੀਕੇ ਨਾਲ ਬਣਿਆ ਹੋਇਆ, ਇੱਕ ਉਤਸ਼ਾਹ ਅਸੀਂ ਵੇਖ ਰਹੇ ਹਾਂ ਜਜ਼ਬਾਤਾਂ ਦੇ ਵਿੱਚ ਵੀ ਇੱਕ ਵਾਰੀ ਫੇਰ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਾਂ ਉਹ ਸ਼ਖਸੀਅਤ ਨੇ ਜਿਹੜੇ ਕਹਿੰਦੇ ਹੁੰਦੇ ਆ ਕਿ ਮਰੇ ਹੋਏ ਬੰਦੇ ਦੇ ਅੰਦਰ ਵੀ ਰੂਹ ਫੂਕੀ ਜਾ ਸਕਦੀ ਹੈ ਜੇ ਉਹਨਾਂ ਦੀ ਬਾਣੀ ਨੂੰ ਅਸੀਂ ਵਿਚਾਰੀਏ। ਤਾਂ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਵੀ, ਜਿਸ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਚੱਲ ਰਿਹਾ, ਇਹਦੇ ਵਿੱਚ ਵੀ ਇੱਕ ਤਰੀਕੇ ਨਾਲ ਦੁਬਾਰਾ ਰੂਹ ਫੂਕੀ ਜਾ ਸਕਦੀ ਹੈ ਜੇ ਜਾ ਰਹੀ ਹੈ? ਅੱਜ ਤੇ ਇਹ ਧਾਰਮਿਕ ਪ੍ਰੋਗਰਾਮ ਹੈ, ਅੱਜ ਤੇ ਆਪਾਂ ਉਸ ਤਰ੍ਹਾਂ ਦੀ ਗੱਲ ਨਾ ਹੀ ਕਰੀਏ। ਅੱਜ ਤੇ ਮਾਲਕ ਦੀ ਯਾਦ ਦੇ ਵਿੱਚ ਬੈਠੇ ਹਾਂ, ਕਿਉਂਕਿ ਅੱਜ ਦੇ ਦਿਨ ਇੱਕ ਬੜੇ ਮਹਾਪੁਰਸ਼ ਦਾ ਪ੍ਰਕਾਸ਼ ਉਤਸਵ ਹੈ, ਉਹਨੂੰ ਯਾਦ ਕਰ ਰਹੇ, ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਅੱਜ ਦੇ ਦਿਨ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤੀ ਦੀ ਇਹ ਗੱਲ ਕੀਤੀ ਹੈ ਜੀ, ਉਹਨਾਂ ਦੀ ਗੱਲ ਕਰ ਰਿਹਾ ਮੈਂ ਵੀ ਉਹਨਾਂ ਦੀ ਸ਼ਕਤੀ ਦੇ ਪ੍ਰਤਾਪ ਦੇ ਨਾਲ ਦੁਬਾਰਾ, ਕਿਉਂਕਿ ਮੈਂ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਕਿ ਮੁਰਦਿਆਂ ਦੇ ਵਿੱਚ ਵੀ ਰੂਹ ਫੂਕੀ ਜਾ ਸਕਦੀ ਹੈ, ਸੋ ਨਿਸ਼ਚਾ ਪੂਰਾ ਹੈਗਾ ਜੀ। ਇਹ ਮਾਲਕ ਜਾਣਦਾ ਹੈ, ਬੰਦੇ ਦੇ ਬਸ ਦਾ ਕੁਝ ਨਹੀਂ ਹੈ। ਬੰਦਾ ਤੇ ਕੇਵਲ ਸਾਧਨ ਹੈ, ਉਹ ਵੀ ਉਹ ਮਾਲਕ ਜਿਹਨੂੰ ਚਾਹੁੰਦਾ ਹੈ ਉਹਨੂੰ ਵਿੱਚ ਪਾ ਲੈਂਦਾ ਹੈ। ਉਹ ਕਰਨਾ ਕਰਾਉਣਹਾਰ ਤੇ ਖੁਦ ਹੀ ਹੈ। ਉਸ ਮਾਲਕ ਦੀ ਬਖਸ਼ਿਸ਼ ਹੈ, ਕੀ ਕਰੇਗਾ, ਕੀ ਉਹਨੇ ਕਰਨਾ, ਉਹਦੀ ਉਹੀ ਜਾਣੇ। ਇਹ ਬੰਦੇ ਨੂੰ ਕੁਝ ਨਹੀਂ ਪਤਾ। ਭਾਈ ਸਾਹਿਬ ਹੁਣੇ ਕਹਿੰਦੇ ਸੀਗੇ ਵੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਫਿਰ ਤੁਸੀਂ ਨਿਹਾਲ ਵੀ ਹੋ ਜਾਣਾ, ਕਿਉਂਕਿ ਜਿਹੜਾ ਬੋਲੇ ਸੋ ਨਿਹਾਲ ਕਹਿੰਦਾ, ਨਿਹਾਲ ਹੋਈ ਜਾਂਦਾ ਜਿਹੜਾ ਸਤਿ ਸ਼੍ਰੀ ਅਕਾਲ ਕਹਿੰਦਾ। ਮਹਾਰਾਜ ਜੀ ਕਰ ਦਿੰਦੇ ਨਿਹਾਲ। ਤੇ ਅੱਜ ਕਿਸ ਤਰੀਕੇ ਦੇ ਜਜ਼ਬਾਤ ਨੇ ਫਿਰ ਅੱਜ ਚਿਹਰਿਆਂ ਦੇ ਉੱਤੇ? ਇੱਕ ਵਾਰੀ ਫੇਰ ਦੋਸਤੋ ਮੈਨੂੰ ਚੇਤਾ ਆ ਰਿਹਾ ਸੀਗਾ ਕਿ ਹਰ ਚਿਹਰੇ ਤੇ ਵੱਖਰਾ ਹੀ ਨੂਰ ਜਾਪਦਾ ਏ, ਸ਼ੇਰਾਂ ਦੇ ਦਿਲ ਵਿੱਚੋਂ ਡਰ ਤਾਂ ਦੂਰ ਜਾਪਦਾ ਏ, ਤੇ ਜ਼ਾਲਮ ਦੇਖੇ ਕੱਖਾਂ ਵਾਂਗੂ ਮੂਹਰੇ ਖਿੰਡਦੇ ਨੇ, ਵੇਖ ਕੇ ਲੱਗਦਾ ਸਿੰਘ ਸਾਜੇ ਉਹ ਗੁਰੂ ਗੋਬਿੰਦ ਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨੀਲਾ ਬਾਣਾ ਸਜਿਆ ਹੋਇਆ। ਬਾਈ ਜੀ ਕੀ ਜਜ਼ਬਾਤ ਨੇ ਅੱਜ ਤੁਹਾਡੇ? ਗੁਰੂ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਚੱਲ ਰਹੇ, ਉਹਨਾਂ ਦੀ ਛਤਰ ਛਾਇਆ ਦੇ ਹੇਠ ਚੱਲ ਰਹੇ, ਭਗਤ ਰਵਿਦਾਸ ਜੀ ਨੂੰ ਯਾਦ ਕਰ ਰਹੇ ਤਾਂ ਆਨੰਦ ਤਾਂ ਬਣੇ ਹੀ ਜਾਏਗਾ। ਇਹ ਤਾਂ ਕੁਦਰਤੀ ਗੱਲ ਹੈ। ਅੱਛਾ, ਮੈਨੂੰ ਜੇ ਮੈਂ ਜ਼ਿਕਰ ਕਰਾਂ ਜੀ, ਜਿਸ ਤਰੀਕੇ ਨਾਲ ਹੁਣ ਅਸੀਂ ਸਤਿਕਾਰ ਬਹੁਤ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਦੇ ਹਾਂ, ਪਰ ਬਾਣੀ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਬਾਣੀ ਤੋਂ ਮੈਂ ਕਹਿ ਰਿਹਾ ਸੀਗਾ ਕਿ ਬਾਣੀ ਤੋਂ ਅਸੀਂ ਕਿਤੇ ਨਾ ਕਿਤੇ ਫਿਰ ਵੀ ਆਪਣੀ ਵੀ ਗੱਲ ਕਰਾਂ ਮੈਂ, ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਹਾਲਾਂਕਿ ਅਸੀਂ ਸਤਿਕਾਰ ਬਹੁਤ ਕਰਦੇ ਹਾਂ। ਤੁਹਾਡੇ ਜ਼ਿਹਨ ਦੇ ਵਿੱਚ ਵੀ ਆਇਆ ਇਹ ਚੀਜ਼, ਤੁਹਾਡੀ ਐਕਸਪੀਰੀਅੰਸ ਦੇ ਵਿੱਚ ਵੀ ਆਇਆ ਕਿ ਜਿਸ ਤਰੀਕੇ ਨਾਲ ਭਗਤ ਰਵਿਦਾਸ ਜੀ ਦੀ ਬਾਣੀ ਹੈਗੀ ਹੈ, ਬੜੀ ਕ੍ਰਾਂਤੀਕਾਰੀ ਬਾਣੀ ਹੈਗੀ ਹੈ, ਬੜੀ ਤਬਦੀਲੀ ਉਹਨਾਂ ਨੇ ਲਿਆਂਦੀ ਸੀਗੀ। ਸੋ ਉਹਨਾਂ ਦੀ ਬਾਣੀ ਨੂੰ ਵੀ ਉਨਾ ਹੀ ਵਿਚਾਰਨਾ ਚਾਹੀਦਾ ਸਾਨੂੰ। ਇਹ ਤਾਂ ਜ਼ਰੂਰੀ ਗੱਲ ਹੈ। ਵਿਚਾਰ ਹੈ ਜਿਹੜਾ, ਵਿਚਾਰ ਤੋਂ ਹੀ ਕੋਈ ਅਮਲ ਨਿਕਲਣਾ ਹੁੰਦਾ। ਜੇ ਵਿਚਾਰ ਪੁਖਤਾ ਨਾ ਹੋਏ ਤਾਂ ਅਮਲ ਤਾਂ ਪੁਖਤਾ ਹੋ ਹੀ ਨਹੀਂ ਸਕਦਾ। ਤੋ ਜਿੱਥੇ ਕਿਤੇ ਵੀ ਸਾਡੇ ਅਮਲ ਦੇ ਵਿੱਚ ਊਣਤਾਈਆਂ ਰਹਿ ਰਹੀਆਂ, ਤਾਂ ਮੈਂ ਸਮਝਦਾ ਕਿ ਉਹਦੇ ਵਿੱਚ ਆਪਣਾ ਜਿਹੜਾ ਵਿਚਾਰ ਹੈ ਉਹ ਪਹਿਲਾਂ ਅਸਲ 'ਚ ਦ੍ਰਿੜ ਨਹੀਂ ਹੋਇਆ ਹੁੰਦਾ, ਜਿਹਦੇ ਕਰਕੇ ਕਿਤੇ ਸਮੱਸਿਆਵਾਂ ਆ ਰਹੀਆਂ ਨੇ। ਇਤਿਹਾਸ ਵੀ ਪੜ੍ਹੋ। ਜਦੋਂ ਤੁਸੀਂ ਆਪਣੇ ਇਤਿਹਾਸ ਨਾਲ ਖੜੇ ਹੁੰਦੇ ਹੋ ਫਿਰ ਜਿਗਰਾ ਆਪਣੇ ਆਪ ਆਉਂਦਾ, ਕਿਉਂਕਿ ਸਾਡਾ ਇਤਿਹਾਸ ਹੀ ਇੰਨਾ ਅਮੀਰ ਹੈ ਕਿ ਸਾਨੂੰ ਫਿਰ ਉਹ ਕਿਤੇ ਡੋਲਣ ਨਹੀਂ ਦਿੰਦਾ। ਜਿਸ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਇਸ ਸਿੱਖੀ ਪਰਿਵਾਰ ਵਿੱਚ ਜਨਮ ਲਿਆ ਹੈ, ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਔਰ ਜਿਹੜੀਆਂ ਕੁਰਬਾਨੀਆਂ ਉਹਨਾਂ ਦੀਆਂ ਨੇ, ਉਹ ਉਸ ਤੋਂ ਬਾਅਦ ਸਾਡੇ ਸਿੱਖ ਇਤਿਹਾਸ ਨੇ ਉਸ ਇਤਿਹਾਸ ਤੋਂ ਸੇਧ ਲੈ ਕੇ ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ, ਔਰ ਇਸੇ ਤਰ੍ਹਾਂ ਦਾ ਹੀ ਇਹ ਕੁਰਬਾਨੀ ਵਾਲਾ ਸਮਾਂ ਸੀਗਾ ਜਿਹੜਾ ਸਾਡੇ ਪਰਿਵਾਰ 'ਤੇ ਆਇਆ। ਅਤੇ ਜਦੋਂ ਮੈਂ ਇਸ ਸ਼ਹਾਦਤ ਨਾਲ ਖੜ੍ਹਾ ਸੀ ਅਤੇ ਮੇਰਾ ਇਤਿਹਾਸ ਮੇਰੇ ਨਾਲ ਖੜ੍ਹਾ ਸੀ। ਇਸ ਲਈ ਮੈਂ ਜਿਹੜੀਆਂ ਮੇਰੇ ਅੰਦਰ ਕੋਈ ਜਜ਼ਬੇ ਸੀ, ਕਿਉਂਕਿ ਅਸੀਂ ਵੀ ਹੱਡ ਮਾਸ ਦੇ ਲੋਕ ਹਾਂ, ਮੇਰੇ ਅੰਦਰ ਵੀ ਇੱਕ ਦਿਲ ਧੜਕਦਾ ਹੈ ਰਿਸ਼ਤਿਆਂ ਦਾ, ਪਰ ਜਦੋਂ ਅਸੀਂ ਇਤਿਹਾਸ ਨਾਲ ਖੜ੍ਹੇ ਹੁੰਦੇ ਹਾਂ ਫਿਰ ਅਸੀਂ ਮਜ਼ਬੂਤ ਹੋ ਜਾਂਦੇ ਹਾਂ।